ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਤੋਂ ਸ਼ੁਰੂ ਕਰੀਏ ਤੇ ਕਿਤੇ ਖਤਮ ਕਰੀਏ ਸਤਿਗੁਰੂ ਸਾਹਿਬ? ਸ਼ੁਰੂ ਜਦੋਂ ਅਸੀਂ ਚੱਲੇ ਹੀ ਹਾਂ, ਮਾਤਾ ਪਿਤਾ ਸਾਡੇ ਪਾਕਿਸਤਾਨ ਤੋਂ ਆਏ ਨੇ, ਉਸ ਤੋਂ ਸ਼ੁਰੂ ਕਰਦੇ। ਉਸ ਤੋਂ ਸ਼ੁਰੂ ਕਰੀਏ। ਅੱਛਾ, ਮੈਂ ਇਹ ਚਾਹੁੰਦਾ ਹਾਂ ਕਿ ਪਹਿਲਾਂ ਆਪਾਂ ਸ਼ੁਰੂ ਕਰਨ ਤੋਂ ਇੱਕ ਗੱਲ ਕਰ ਲਈ। ਉਹ ਇਹ ਹੈ ਕਿ ਪਹਿਲਾਂ ਤਾਂ ਤੁਸੀਂ ਕੰਫਰਟੇਬਲ ਹੋ, ਬਿਲਕੁਲ ਸਕਦੇ, ਕੋਈ ਘਬਰਾਹਟ ਵਾਲੀ ਗੱਲ ਨਹੀਂ। ਦੂਜੀ ਗੱਲ ਹੈ, ਅੱਜ ਕੱਲ੍ਹ ਲੀਡਰਾਂ ਤੇ ਭਾਜੀ ਬਹੁਤ ਘੱਟ ਵਿਸ਼ਵਾਸ ਕੀਤਾ ਜਾਂਦਾ ਤੇ ਜਨਤਾ ਬੜੀ, ਖਾਸ ਕਰਕੇ ਪੰਜਾਬ ਦੇ ਲੀਡਰਾਂ ਤੋਂ ਬਹੁਤ ਖਫਾ ਹੈ। ਇਹ ਪ੍ਰੋਗਰਾਮ ਇਸ ਵੇਲੇ ਲਾਈਵ ਚੱਲ ਰਿਹਾ ਤੇ ਮੈਂ ਚਾਹੁੰਦਾ ਹਾਂ ਕਿ ਜੇ ਤੁਸੀਂ ਜੋ ਵੀ ਕੁਝ ਬੋਲੋ ਚੁੱਪ ਕਰ ਦਿਓ, ਜੇ ਗੱਲ ਜਿਹੜੀ ਹੈ ਅਗੇਂਸਟ ਨਹੀਂ ਕਹਿਣੀ। ਤੇ ਮੈਂ ਚਾਹੁੰਦਾ ਕਿ ਜੋ ਕੁਝ ਵੀ ਬੋਲੋ ਜਨਤਾ ਦੀ ਕਚਹਿਰੀ 'ਚ ਪੂਰਾ ਸੱਚ ਬੋਲੋ, ਇਹਦਾ ਮੇਰੇ ਨਾਲ ਵਾਅਦਾ ਕਰੋ। ਸੱਚ ਹੀ ਬੋਲਿਆ ਜਾਵੇ, ਬਿਲਕੁਲ ਬਿਲਕੁਲ ਸੱਚ ਬੋਲਿਆ, ਕਿਉਂਕਿ ਇਸ ਪ੍ਰੋਗਰਾਮ ਨੂੰ ਤਾਂ ਮੁੰਡੇ ਪਸੰਦ ਕਰਦੇ ਆ ਤੇ ਲੋਕੀ ਤਾਂ ਪਸੰਦ ਕਰਦੇ ਆ ਕਿ ਜੋ ਕੁਝ ਬੋਲਿਆ ਜਾਵੇਗਾ ਪਹਿਲਾਂ ਵੀ ਤਕਰੀਬਨ ਸੱਚ ਤੇ ਚੱਲਣਾ, ਸੱਚ ਹੀ ਬੋਲਿਆ ਜਾਵੇਗਾ। ਠੀਕ ਹੈ। ਤੇ ਪਹਿਲਾਂ ਤਾਂ ਤੁਹਾਡਾ ਬਹੁਤ ਵੱਡਾ ਜਿਗਰਾ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਤਸ਼ਰੀਫ ਲੈ ਕੇ ਆਏ, ਲੋਕਾਂ ਸਾਹਮਣੇ ਪੇਸ਼ ਹੋਏ, ਕਿਉਂਕਿ ਹਾਫ ਟਾਈਮ ਤੋਂ ਬਾਅਦ ਆਪਾਂ ਕਾਲਸ ਵੀ ਲਵਾਂਗੇ, ਲੋਕ ਵੀ ਤੁਹਾਨੂੰ ਸਵਾਲ ਪੁੱਛਣਗੇ। ਪਰ ਉਸ ਤੋਂ ਪਹਿਲਾਂ ਮੈਂ ਸ਼ੁਰੂ ਕਰਦਾ ਕਿ ਤੁਹਾਡਾ ਨਾਮ ਜਦੋਂ ਮੈਂ ਸੁਣਿਆ ਸੀ, ਇੱਕ ਸਮਾਜ ਸੇਵਕ ਦੇ ਤੌਰ ਤੇ ਸੁਣਿਆ ਸੀ ਤੇ ਇੱਕ ਬਹੁਤ ਵੱਡੇ ਪੰਜਾਬ ਦੇ ਠੇਕੇਦਾਰ ਦੇ ਤੌਰ ਤੇ ਸੁਣਿਆ ਸੀ। ਠੀਕ ਹੈ। ਤੇ ਤੁਹਾਡੀ ਪੋਲੀਟੀਕਲ ਇਨਵੋਲਵਮੈਂਟ ਸਭ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਦੇ ਵਿੱਚ ਮੈਂ ਸੁਣੀ ਤੇ ਤੁਹਾਡਾ ਨਾਮ ਵੀ ਸੁਣਿਆ। ਉਹ ਤੁਹਾਡੀ ਪੋਲੀਟੀਕਲ ਇਨਵੋਲਵਮੈਂਟ ਕਿਵੇਂ ਤੁਹਾਡਾ ਆਉਣਾ ਕਿਵੇਂ ਹੋਇਆ ਸਿਆਸਤ ਦੇ ਵਿੱਚ? ਸਿਆਸਤ ਦੇ ਵਿੱਚ ਮੇਰੇ ਪਿਤਾ ਜੀ ਦੱਸਦੇ ਸਨ, ਜਿਨ੍ਹਾਂ ਦੇ ਜੀਵਨ ਸਦਕਾ, ਮਾਤਾ ਦੀ ਕਿਰਪਾ ਸਦਕਾ ਸਾਡੇ ਮਾਤਾ ਪਿਤਾ ਦੇ ਆਉਣਾ, ਉਹਨਾਂ ਦੇ ਗੁਰੂ ਨਾਲ ਜੁੜਨਾ ਤੇ ਅੱਗੇ ਅਸੀਂ ਸਾਡਾ ਇੱਕ ਕਿਨਕਾ ਮਾਤਰ ਖੂਨ ਦੇ ਕਤਰੇ ਤੋਂ ਸਾਡਾ ਸਰੀਰ ਬਣਨਾ, ਗੁਰੂ ਨੇ ਸਾਨੂੰ ਇਹ ਸਰੀਰ ਬਣਾਇਆ। ਪਾਕਿਸਤਾਨ ਤੋਂ ਚੱਲੇ। ਕਿਹੜਾ ਪਿੰਡ ਸੀ ਪਾਕਿਸਤਾਨ? ਰੋਸੇ ਪਿੰਡ ਸੀ। ਲਾਹੌਰ ਤੇ ਸ਼ੇਖਪੁਰੇ ਦੋ ਜ਼ਿਲ੍ਹੇ ਸਾਨੂੰ ਪੈਂਦੇ ਸਨ, ਕਿਉਂਕਿ ਲਾਹੌਰ ਵਿੱਚ ਵੀ ਸਾਡੀ ਕੋਈ ਜਗ੍ਹਾ ਸੀ। ਅੱਛਾ। ਤੇ ਪਿਤਾ ਜੀ ਦੱਸਦੇ ਨੇ 2 ਜ਼ਿਲ੍ਹੇ ਸਾਨੂੰ ਲੱਗਦੇ ਸਨ। ਠੀਕ ਹੈ। ਸੰਨ 47 ਦੇ ਵਿੱਚ ਅਸੀਂ ਚੱਲੇ ਉੱਥੋਂ। ਸੰਨ 47 ਦੇ ਵਿੱਚ ਮੇਰੇ ਵੱਡਾ ਭਰਾ ਵੀ ਉੱਥੇ ਵੀ ਰਹਿ ਗਿਆ, ਜਦੋਂ ਨਿਕਲਦੇ ਪੇਸ਼ੇ ਰੁਕਾਰ ਦੇ ਵਿੱਚ ਸ਼ਹੀਦ ਹੋ ਗਿਆ। ਠੀਕ। ਤੇ ਚੱਲਣ ਤੋਂ ਪਹਿਲਾਂ ਕੋਈ ਸਮਾਂ ਜਲਦੀ ਆਪਾਂ ਬਤੀਤ ਕਰਨਾ। ਜਦੋਂ ਸਾਡਾ ਕਾਫਲਾ ਚੱਲਦਾ ਪੰਜਾਬ ਵਿੱਚ ਦੌਰ ਹੋਇਆ, ਉੱਥੋਂ ਚੱਲੇ ਮਾਝਾ, ਦੁਆਬਾ, ਮਾਲਵਾ, ਇਹਨਾਂ ਲੋਕਾਂ ਨੇ ਸਾਨੂੰ ਆਪਣੀ ਗੱਲ ਨਾ ਰੱਖਿਆ। ਸਾਨੂੰ ਉਸ ਟਾਈਮ ਪਿਤਾ ਜੀ ਦੱਸਦੇ ਨੇ ਰੋਟੀ ਪਾਣੀ, ਰਹਿਣਾ ਬਹਿਣਾ, ਕੱਪੜਾ, ਸਾਰਾ ਕੁਝ ਇਹਨਾਂ ਨੇ ਸਾਨੂੰ ਦਿੱਤਾ। ਅਸੀਂ ਗਰੀਬ ਨਹੀਂ ਸੀ, ਸਮੇਂ ਦੀ ਲੋੜ ਸੀ ਬਖਸ਼ੀ, ਕਿਉਂਕਿ ਮੇਰੇ ਪਿਤਾ ਜੀ ਬਹੁਤ ਵੱਡੇ ਇੱਕ ਰਾਜੇ ਮਹਾਰਾਜੇ ਤਰ੍ਹਾਂ ਰਹਿੰਦੇ ਸਨ ਪਾਕਿਸਤਾਨ। ਇਹ ਜਦੋਂ ਚੱਲੇ, ਗੱਲ ਚੱਲਦੀ ਵੀ ਅਸੀਂ ਪਟਿਆਲੇ ਪਹੁੰਚੇ, ਰਾਜਪੁਰੇ ਤੋਂ ਅੱਗੇ, ਬਹਾਦਰਗੜ੍ਹ ਤੋਂ ਪਿੱਛੇ ਮਹਾਰਾਜਾ ਸਾਹਿਬ ਦੇ ਪਰਿਵਾਰ ਦੇ ਕੋਈ ਭੇਜੇ ਇਹਨਾਂ ਨੇ। ਉਹ ਸਾਡੇ ਪਿਤਾ ਜੀ ਦੱਸਦੇ ਗੱਡਿਆਂ ਤੇ ਸਾਨੂੰ ਉਹਨਾਂ ਰੋਕ ਕੇ ਤੇ ਪਟਿਆਲੇ ਦੇ ਵਿੱਚ ਤ੍ਰਿਪੜੀ ਟਾਊਨ ਦੇ ਵਿੱਚ ਉੱਥੇ ਜਗ੍ਹਾ ਤੇ ਉੱਥੇ ਸਾਨੂੰ ਸਾਰਿਆਂ ਨੂੰ ਕਾਫਲੇ ਨੂੰ ਭੇਜ ਦਿੱਤਾ ਗਿਆ। ਉੱਥੇ ਰੋਟੀ ਪਾਣੀ ਛਕਾਇਆ। ਉਹਨਾਂ ਦੀ ਦੱਸੀ ਗੱਲ ਮੁਤਾਬਕ ਮੇਰੇ ਵੱਡੇ ਭਰਾ ਸਰਦਾਰ ਪੰਥ ਜੀ ਪਹਿਲਾਂ ਮਹਾਰਾਜਾ ਸਾਹਿਬ ਦੇ ਨਾਲ ਹੁੰਦੇ ਸਨ ਤੇ ਉਹਨਾਂ ਦੀ ਕਹਿਣ ਤੇ ਮੈਂ 1970 ਦੇ ਵਿੱਚ ਕਾਲਜ ਦੇ ਵਿੱਚ ਪ੍ਰੈਪ ਜਾ ਕੇ ਐਡਮਿਸ਼ਨ ਲਈ। ਐਡਮਿਸ਼ਨ ਲੈਣ ਤੋਂ ਬਾਅਦ ਮੈਂ ਪ੍ਰੈਪ ਦੇ ਵਿੱਚ ਕਾਲਜ ਦੀ ਇਲੈਕਸ਼ਨ ਲੜੀ, ਸੀਆਰ ਬਣਿਆ। ਥੋੜਾ ਜਿਹਾ ਰਾਜਨੀਤੀ ਦੀ ਮਾੜਾ ਜਿਹਾ ਕਦਮ ਕਰਨ ਤੋਂ ਬਾਅਦ, ਉਸ ਤੋਂ ਬਾਅਦ ਮੇਰਾ ਝੁਕਾਅ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਹੋ ਗਿਆ ਤੇ ਮੈਂ ਇਹਨਾਂ ਦੇ ਨਾਲ ਜੁੜ ਗਿਆ। ਤੇ ਫਿਰ ਉਸ ਸਮੇਂ ਤੇ ਹੁਣ ਚ ਮੇਰੇ ਖਿਆਲ ਕਿ 26-27 ਸਾਲ 26-27 ਸਾਲ ਹੋ ਗਏ, 28 ਸਾਲ ਦੇ ਤਕਰੀਬਨ ਮੈਂ ਰਿਹਾ ਜੀ। ਮੇਰਾ ਹਿਸਾਬ ਥੋੜਾ ਕਮਜ਼ੋਰੀ ਹੈ, 27 ਸਾਲ ਉਹਨਾਂ ਦੇ ਨਾਲ ਕੀਤੀ ਤੇ ਹੁਣ ਤਕਰੀਬਨ 2006 ਦੇ ਵਿੱਚ ਮੈਂ 2006 ਨੂੰ ਉਹਨਾਂ ਦਾ ਸਾਥ ਛੱਡਦਾ। ਅੱਛਾ, ਇੱਕ ਭਾਜੀ ਗੱਲ ਸਮਝ ਨਹੀਂ ਲੱਗੀ ਕਿ ਤੁਸੀਂ ਉਹਨਾਂ ਦੇ ਨਾਲ ਇੰਨੀ ਤੁਹਾਡੀ ਨੇੜਤਾ ਸੀ। ਮੇਰਾ ਖਿਆਲ ਹੈ ਕਿ ਕੋਈ ਪੁਰਾਣਾ ਬੰਦਾ ਉਹਨਾਂ ਦੇ ਇੰਨੇ ਨੇੜੇ ਨਹੀਂ ਸੀ ਤੇ ਜਦੋਂ ਉਹਨਾਂ ਦਾ ਰਾਜ ਭਾਗ ਪੂਰੇ ਜ਼ੋਰਾਂ ਤੇ ਸੀ, ਕਿਉਂਕਿ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਉਦੋਂ ਬੰਦੇ ਦੇ ਨਾਲ ਜੁੜੀਏ ਜਦੋਂ ਬੰਦਾ ਪੂਰੀ ਪਾਵਰ 'ਚ ਹੋਵੇ, ਤੇ ਜਦੋਂ ਉਹ ਪੂਰੀ ਪਾਵਰ 'ਚ ਹੋਏ, ਤੁਸੀਂ ਪਹਿਲਾਂ 26-27 ਸਾਲ ਉਹਨਾਂ ਦੇ ਨਾਲ ਰਹੇ ਤੇ ਤੁਸੀਂ ਉਹਨਾਂ ਨੂੰ ਉਸੇ ਵੇਲੇ ਛੱਡ ਦਿੱਤਾ। ਮੈਂ ਉਹਨਾਂ ਦੇ ਨਾਲ ਇੱਕ ਪਿਆਰ ਦੇ ਨਾਤੇ ਜੁੜਿਆ ਸੀ। ਔਖੇ ਸੌਖੇ ਟਾਈਮ ਜਦੋਂ ਵੀ ਮੇਰੇ ਪਿਤਾ ਜੀ ਉਸੇ ਗੱਲ ਕਹਿਣ ਤੋਂ ਬਾਅਦ, ਕਿਉਂ ਜਿਸ ਕਿਸੇ ਇਨਸਾਨ ਨੇ ਤੁਹਾਨੂੰ ਇੱਕ ਕਤਰਾ ਖਵਾਇਆ, ਕਿਸੇ ਔਖੇ ਟਾਈਮ ਤੁਹਾਡੇ ਕੰਮ ਆਇਆ, ਸਿੱਖ ਦਾ ਫਰਜ਼ ਨਹੀਂ ਬਣਦਾ ਵੀ ਜਲਦੀ ਕੀਤਾ ਕਿਸੇ ਬੰਦੇ ਦਾ ਸਾਥ ਛੱਡ ਦੇਵੇ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤਕਰੀਬਨ ਜਿਸ ਦਿਨ ਸਾਰੀ ਦੁਨੀਆ ਛੱਡ ਗਈ, ਉਹਨਾਂ ਦੇ ਚੰਗੇ ਸਾਥੀ ਰਵੀ ਇੰਦਰ ਸਿੰਘ ਨੂੰ ਛੱਡ ਕੇ ਜਾ ਰਹੇ ਸੀ ਤੇ ਮੈਂ ਅੰਦਰ ਬੈਠਾ
ਤੇ ਚਲੇ ਗਏ ਨੇ। ਇੱਕ ਅਵਤਾਰ ਸਿੱਧੂ ਮੁਕਤਸਰ ਤੋਂ ਸੀ, ਅਵਤਾਰ ਸਿੱਧੂ ਬੜਾ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਿਆ ਸੀ, ਇੱਕ ਉਹ ਤੇ ਇੱਕ ਮੈਂ, ਅਸੀਂ ਦੋ ਜਣੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੇ ਰਵਿੰਦਰ ਤੇ ਰਾਜਾ ਨਰਿੰਦਰ ਸਿੰਘ ਦੋਵੇਂ ਹੀ ਉਹਨਾਂ ਟਿਕਟਾਂ ਨਹੀਂ ਸੀ ਮਿਲੀਆਂ ਛੱਡ ਕੇ ਪੈਲਸ ਦੇ ਵਿੱਚੋਂ ਬਾਹਰ ਜਾ ਰਹੇ ਤੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਪੁੱਛਦੇ ਨੇ ਵੀ ਦੱਸ ਬਲਵਿੰਦਰ ਤੂੰ ਕੀ ਹੈ? ਮੈਂ ਕਿਹਾ ਮੈਨੂੰ ਰਾਜਸਤਾ ਕੁਛ ਨਹੀਂ ਚਾਹੀਦੀ, ਮੈਂ ਜੇ ਯਾਰੀ ਤੇਰੇ ਨਾਲ ਲਾਈ ਪਿਤਾ ਦੇ ਕਹਿਣ ਤੇ ਮੈਂ ਤੇਰੇ ਨਾਲ ਖੜਾ। ਉਸ ਤੋਂ ਬਾਅਦ ਜਦੋਂ ਰਾਜ ਭਾਗ ਆਈ, ਸਤਾ ਆਈ, ਕਿਉਂਕਿ ਆਪਾਂ ਜਿਵੇਂ ਤੁਸੀਂ ਕਿਹਾ ਸੱਚ ਕਹਿਣਾ, ਫਿਰ ਪਰਚਾ ਦੇ ਵਿੱਚ ਜਦੋਂ ਆਪਾਂ ਜਿਹੜੇ ਵਾਅਦੇ ਕੀਤੇ ਨੇ ਪੂਰੇ, ਫਿਰ ਉਸ ਟਾਈਮ ਆਪਾਂ ਨੂੰ ਚਾਹੇ ਆਪਣਾ ਪਰਿਵਾਰ ਦਾ ਚਾਹੇ ਆਪਣੇ ਨਾਲ ਕੋਈ ਸਿਆਸੀ ਲਾਹ ਲੈਣ ਲੱਗਾ ਹੈ ਜਾਂ ਕੋਈ ਵੈਸੇ ਕਿਸੇ ਟਾਈਮ ਆਪਣਾ ਸਿਆਸੀ ਸਲਾਹਕਾਰ ਬਣਿਆ, ਪਰ ਉਸ ਟਾਈਮ ਜਿਹੜੀ ਪਰਚਾ ਦੀ ਜਿਹੜੀ ਕੁਰਸੀ ਦਿੱਤੀ ਜਾਂਦੀ ਹੈ, ਮੁੱਖ ਮੰਤਰੀ ਦੀ ਚੀਫ ਮਿਨਿਸਟਰ ਦੀ ਬਹੁਤ ਵੱਡੀ ਕੁਰਸੀ ਹੁੰਦੀ ਹੈ, ਉਸ ਤੇ ਬੈਠਣ ਤੋਂ ਬਾਅਦ ਉਹਨੂੰ ਸਾਰੀ ਹੀ ਸਤਾ, ਚਾਹੇ ਕਾਂਗਰਸ ਨੇ ਚਾਹੇ ਅਕਾਲੀ ਨੇ ਚਾਹੇ ਕੋਈ ਵੀ ਨੇ ਪਾਰਟੀ ਨੂੰ ਸਾਰੇ ਨੇ ਰੱਖਣਾ ਵੇਖਣਾ ਚਾਹੀਦਾ, ਕਿਉਂਕਿ ਸਾਰੇ ਸਮਾਜ ਦਾ ਫਿਰ ਉਹ ਮੁਖੀਆ ਹੈ, ਸਾਰੇ ਪੰਜਾਬ ਦਾ ਮੁਖੀਆ ਹੈ, ਸਾਰੇ ਭਾਈਚਾਰੇ ਦਾ ਮੁਖੀਆ ਹੈ, ਸਭ ਦਾ ਦੁੱਖ ਤਕਲੀਫ ਨੂੰ ਹੋਏ ਬਣਾਉਣ। ਤੁਹਾਡੇ ਹਿਸਾਬ ਨਾਲ ਵੀ ਜਦੋਂ ਉਹਨਾਂ ਕੋਲ ਸੱਤਾ ਆਈ ਤੇ ਉਹ ਇੱਕ ਅੱਖ ਨਾਲ ਦੇਖਣੋਂ ਹਟ ਗਏ? ਜਦੋਂ ਸਤਾ ਆਈ, ਸਤਾ ਆਉਣ ਤੋਂ ਮੈਂ ਇਹਨਾਂ ਦੇ ਨਾਲ ਸਾਂ। ਜਿਸ ਦਿਨ ਮੈਂ ਇਹਨਾਂ ਦੀ ਗੱਡੀ 'ਚ ਉਤਰਿਆ, ਮੈਂ ਕਹਿ ਕੇ ਉਤਰਿਆ, ਕਾਰਨ ਵੀ ਇਹਨਾਂ ਦੇ ਨਾਲ ਇਹ ਠੀਕ ਸਨ ਬਿਲਕੁਲ। ਜੇ ਮੈਂ ਇਹਨਾਂ ਦੇ ਕੋਈ ਔਗਣ ਕੋਈ ਗੁਣ ਵੇਖਦਾ, ਬਹੁਤੇ ਵੇਖਦਾ, ਮੈਂ ਇਹਨਾਂ ਦੇ ਨਾਲ ਸਾਥ ਇਹਨਾਂ ਚਾਹ ਨਹੀਂ ਸੀ ਨਿਭਾ ਸਕਦਾ, ਕਿਉਂਕਿ ਇਹਨਾਂ ਦੇ ਨਾਲ ਮੈਂ ਕਹਿਣਾ ਵੀ ਗਰੇਜ ਨਹੀਂ ਕਰਾਂਗਾ, ਪਰ ਤੇ ਮੇਰੇ ਕਹਿਣ ਵਰਗੀ ਮਾੜੀ ਅਨਸਰ ਮਾੜੀ ਮਾਰ ਇਹਨਾਂ ਦੇ ਹੋਰ ਕੋਈ ਕਈ ਬੰਦਿਆਂ ਨੇ। ਜਦੋਂ ਮੈਂ ਇਹਨਾਂ ਨੂੰ ਉਲਟ ਪਾਸੇ ਨੂੰ ਚਲਾਉਣਾ ਚਾਹਿਆ, ਸਾਰੇ ਉਸ ਟਾਈਮ ਡੀਜੀਪੀ ਆਈਜੀ ਮੰਤਰੀ ਸਾਰੇ ਨਾਲ, ਜਦੋਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮਹਾਰਾਜ ਸਾਹਿਬ, ਕਿਉਂਕਿ ਮੈਂ ਇਹਨਾਂ ਦਾ ਸਤਿਕਾਰ ਕਰਦਾ, ਮੇਰੇ ਮੂੰਹ ਚੋਂ ਅਜੇ ਮਹਾਰਾਜ ਸਾਹਿਬ ਨਿਕਲਦਾ ਰਹੇਗਾ, ਜਿਹੜੇ ਬੰਦੇ ਨੂੰ ਤੁਸੀਂ ਇੱਕ ਵਾਰੀ ਸਤਿਕਾਰ ਦੇ ਚੁੱਕੋ, ਸਤਿਕਾਰ ਨਹੀਂ ਜਾਂਦਾ। ਮੈਂ ਕਿਹਾ ਮਹਾਰਾਜ ਸਾਹਿਬ, ਜਿਹੜੇ ਵਾਅਦੇ ਆਪਾਂ ਕੀਤੇ ਸੀ, ਜਿਹੜੇ ਲੈਣ ਆਪਾਂ ਕੀਤੇ ਸੀ, ਉਹਨਾਂ ਤੋਂ ਆਪਾਂ ਪਾਸੇ ਜਾ ਰਹੇ ਹਾਂ। ਅਸੀਂ ਤੁਰ ਲੱਗੇ ਤੇ ਲਗਾਤਾਰ ਕਈ ਦਿਨ ਇਸ ਤਰ੍ਹਾਂ ਚੱਲਦਾ ਰਿਹਾ ਪ੍ਰੋਗਰਾਮ। ਫਿਰ ਮੈਨੇ ਕਹਿਣ ਤੋਂ ਬਾਅਦ ਮੈਂ ਪਰਤਿੰਦਰ ਚਿਹਰਾ ਦੇਖਾ, ਕੋਈ ਉਹੋ ਜਿਹੀਆਂ ਗੱਲਾਂ ਕਹਿ ਕੇ ਜਿਹੜੀਆਂ ਮਤਲਬ ਨਹੀਂ ਛੱਡੀ। ਮੈਂ ਕਿਹਾ ਮਹਾਰਾਜ ਸਾਹਿਬ, ਮਤਲਬ ਆਪਾਂ ਲੈਣ ਤੋਂ ਪਾਸੇ ਜਾ ਰਹੇ ਹਾਂ, ਇਹੋ ਜਿਹੇ ਘਟੀਆ ਬੰਦੇ ਜੋ ਆਪਣੇ ਸਮਾਜ ਦਾ, ਆਪਣੀ ਪਬਲਿਕ 'ਚ ਆਪਣਾ ਅਕਸ਼ ਵਿਗਾੜ ਰਹੇ ਨੇ, ਭ੍ਰਿਸ਼ਟ ਹੋ ਰਹੇ ਨੇ, ਕਰਪਟ ਹੋ ਰਹੇ ਨੇ, ਇੱਥੋਂ ਤੱਕ ਇਹਨਾਂ ਦਾ ਪੋਲੀਟੀਕਲ ਸੈਕਟਰੀ ਹਰਚੰਦ ਪਰਸਟ, ਉਹਨਾਂ ਨੇ ਮੈਂ ਮਹਾਰਾਜ ਸਾਹਿਬ ਨੂੰ ਕੋਲ ਕਹਿਣਾ ਸੀ, ਮਹਾਰਾਜ ਸਾਹਿਬ ਇਹਨਾਂ ਨੇ ਥੋੜੇ ਦਿਨ ਹੋਏ 2 ਕਾਰਾਂ ਲਈਆਂ, 50 ਕਿੱਲੇ ਜ਼ਮੀਨ ਖਾਣੀ ਜਗ੍ਹਾ ਲੈ ਰਿਹਾ, ਆਪਾਂ ਪਤਾ ਕਰੀਏ ਕਿੱਥੋਂ ਲੈ ਰਿਹਾ। ਇਹ ਗੱਲ ਮੈਂ ਕਹੀ ਉਸੇ ਦਿਨ ਜਿਸ ਦਿਨ ਮੈਂ ਕਹਿੰਦਾ ਕਾਰ ਤੋਂ ਸਾਥੀ ਗੱਲ ਬੁਲਾ ਕੇ ਥੱਲੇ ਉਤਰਿਆ। ਮੈਂ ਪਰ ਠੀਕ ਹੈ, ਜਦੋਂ ਨਹੀਂ ਕੋਈ ਮੇਰੀ ਗੱਲ ਸੁਣਾਈ ਹੁੰਦੀ ਸੀ, ਕੋਈ ਗੱਲਬਾਤ ਨਹੀਂ, ਮੈਂ ਕਿਨਾਰਾ ਕਰਕੇ ਪਾਸੇ ਹੋ ਗਿਆ। ਪਰ ਤੁਸੀਂ ਇਹ ਨਹੀਂ ਸੋਚਿਆ ਕਿ ਜਿਹੜੀ ਪੋਲੀਟਿਕਸ ਆ ਉਹਦੇ ਵਿੱਚ ਬੰਦੇ ਨੂੰ ਜਦੋਂ ਸੱਤਾ ਦੇ ਵਿੱਚ ਹੋਵੇ, ਕੋਈ ਮਹਾਰਾਜਾ ਹੋਵੇ ਤੇ ਚੀਫ ਮਿਨਿਸਟਰ ਪੰਜਾਬ ਦਾ ਹੋਵੇ, ਉਹਦੇ ਤੋਂ ਬੜੀਆਂ ਆਸਾਂ ਹੁੰਦੀਆਂ ਕਿ ਤੁਸੀਂ ਉਸ ਦਿਨ ਚੁੱਪ ਕਰ ਜਾਂਦੇ ਤੇ ਬਾਅਦ ਦੇ ਵਿੱਚ ਹੋ ਸਕਦਾ ਗੱਲ ਠੰਡੀ ਹੋ ਜਾਂਦੀ ਸੀ ਤੁਹਾਨੂੰ। ਮੈਨੂੰ ਉਸ ਟਾਈਮ ਸਿਆਸਤ ਨਹੀਂ ਸੀ ਹੁੰਦੀ, ਅਗਰ ਮੈਂ ਤੁਹਾਡਾ ਸਹਿਮਤ ਹਾਂ ਬਿਲਕੁਲ, ਉਸ ਦਿਨ ਮੈਂ ਚੁੱਪ ਕਰ ਜਾਂਦਾ। ਫਿਰ ਉਸ ਤੋਂ ਬਾਅਦ ਮੇਰਾ ਇਹ ਸੋਚਿਆ ਜਾਂ ਮਾਲਕ ਮੋੜਦਾ ਹੈ, ਕਿਰਪਾ ਕਰਦਾ ਹੈ, ਕਿਉਂਕਿ ਇੱਕ ਮੈਨੂੰ ਬਹੁਤ ਹੀ ਮਹਾਂਪੁਰਸ਼, ਮੈਂ ਕਹਾਂਗਾ ਜਿਨ੍ਹਾਂ ਨੇ ਮੇਰੇ ਜੀਵਨ ਤੋਂ ਤਬਦੀਲੀ ਲਿਆਂਦੀ, ਮੇਰੇ ਵਾਲ ਵੀ ਕੱਟੇ ਹੁੰਦੇ, ਦਾੜੀ ਵੀ ਕੱਟੀ ਹੁੰਦੀ ਸੀ, ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਵਾਲੇ, ਇਹਨਾਂ ਦਾ ਕੁਦਰਤੀ ਮੈਨੂੰ ਮੇਲ ਪਿਆ, ਇਹਨਾਂ ਨੇ ਮੇਰੇ ਜੀਵਨ 'ਚ ਤਬਦੀਲੀ ਲਿਆਂਦੀ। ਉਸ ਟਾਈਮ ਮੈਂ ਪਟਿਆਲੇ ਤੋਂ ਠੇਕੇ ਦਾ, ਜਿਵੇਂ ਕਿਹਾ, ਮੇਰਾ ਸਾਰਾ ਪਟਿਆਲਾ ਠੇਕੇ ਮੇਰੇ ਆਪਣੇ ਨਾਂ ਸੀ ਤੇ ਮੇਰੇ ਉਸ ਵੇਲੇ ਤੋਂ ਅਸੀਂ ਤੁਹਾਡਾ ਨਾਂ ਜਾਣਦੇ ਹਾਂ ਕਿ ਜਿੰਨੇ ਪਟਿਆਲੇ ਦੇ ਠੇਕੇ ਸੀ ਸ਼ਰਾਬ ਦੇ, ਉਹ ਤੁਹਾਡੇ ਉਹ ਮੇਰੇ ਸਾਰੇ ਠੇਕੇ ਮਤਲਬ ਮੈਂ ਲੈਂਦਾ ਸਾਂ, ਕਿਉਂ ਉਸ ਟਾਈਮ ਜਵਾਨੀ ਸੀ, ਨੌਜਵਾਨ ਸੀ, ਵੇਖਣਾ ਵੀ ਇਹ ਨਹੀਂ ਸੀ ਪਤਾ ਤੂੰ ਕੌਣ ਹੈ, ਕਿੱਥੋਂ ਆਇਆ, ਚੀਜ਼ ਕੀ ਹੈ, ਤੂੰ ਤਾਂ ਇੱਕ ਕਤਰਾ ਵੀ ਨਹੀਂ, ਉਦੋਂ ਮਨ 'ਚ ਹੁੰਦਾ ਸੀ ਗੱਡੀਆਂ, ਕਾਫਲਾ, ਇੰਨੀ ਸ਼ਾਨ ਸ਼ੌਕਤ, ਬੱਲੇ ਬੱਲੇ ਝੂਠੀ। ਇਹਨਾਂ ਨੇ ਆਪਣੇ ਚਰਨਾਂ 'ਚ ਕੁਝ ਸਮਾਂ ਮੈਨੂੰ ਬਚੀ ਤੇ 18-20 ਦਿਨ ਆਪਣੇ ਕੋਲ ਰੱਖਿਆ, ਥੋੜਾ ਜਿਹਾ ਉਸ ਪਾਸੇ ਨੂੰ ਸਕੂਲ ਵੱਲ ਮੋੜਨ ਦੀ ਕੋਸ਼ਿਸ਼ ਕੀਤੀ। ਫਿਰ ਕੀ ਕੀਤਾ, ਗੁਰੂ ਨੇ ਕਿਰਪਾ ਕੀਤੀ, ਮਾਲਕ ਦੀ ਰਹਿਮਤ ਸਦਕਾ ਸਮਾਜ ਸੇਵਾ ਦੇ ਖੇਤਰ ਨੂੰ ਚੱਲ। ਹਾਂ, ਉਦੋਂ ਬਾਅਦ ਫਿਰ ਤੁਸੀਂ ਮੋਦੀਖਾਨੇ ਖੋਲੇ ਤੇ ਦਾਲਾਂ ਆਟਾ ਲੋਕਾਂ ਨੂੰ ਫ੍ਰੀ ਵੰਡਣਾ ਸ਼ੁਰੂ ਕਰ। ਇੱਕ ਵਾਰੀ ਬਹੁਤ ਵੱਡੇ ਵੱਡੇ ਲੀਡਰਾਂ ਨੂੰ ਖਤਰਾ ਹੋ ਗਿਆ ਸੀ ਕਿ ਇਹ ਬੰਦਾ ਕਰਨਾ ਕੀ ਚਾਹੁੰਦਾ ਆ ਤੇ ਇਹ ਸਾਰੀ ਪਬਲਿਕ ਦੇ ਨਾਲ ਜੁੜ ਗਈ, ਕਿਉਂਕਿ ਮੈਨੂੰ ਇੰਨਾ ਪਤਾ ਹੈ ਕਿ ਇੱਕ ਵਾਰੀ ਜਦੋਂ ਮੇਰੇ ਖਿਆਲ ਬਾਦਲ ਸਾਹਿਬ ਨੇ ਤੁਹਾਨੂੰ ਆਪਣੇ ਬੁੱਕਲ ਦੇ ਵਿੱਚ ਲਿਆ ਸੀ ਤਾਂ ਘੱਟੋ ਘੱਟ 1 ਲੱਖ ਬੰਦੇ ਦਾ ਇਕੱਠ ਸਾਡੇ ਡਿਸਟ੍ਰਿਕਟ ਦੇ ਵਿੱਚ ਸੀ ਤੇ ਹਰ ਕਿਤੇ ਅਖਬਾਰਾਂ 'ਚ ਖਬਰਾਂ ਆਈਆਂ ਸੀ। ਇਹਦਾ ਕੀ ਕਾਰਨ? ਮੈਂ ਦੱਸ ਦਿੱਤਾ, ਜਦੋਂ ਇਹਨਾਂ ਤੋਂ ਪਾਸੇ ਹੋ ਕੇ ਸਮਾਜ ਸੇਵਾ ਨੂੰ ਬਾਬਾ ਜੀ ਨੇ ਤੋਰਤਾ, ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ, ਬੈਠੇ ਹੋਰ ਵੀ ਸੰਗਤ ਬੈਠੀ ਸੀ, ਬਲਵਿੰਦਰ ਕੋਈ ਗੱਲਾਂ ਆਪਣੇ ਪਿਤਾ ਦੀ ਯਾਦ ਨਹੀਂ? ਮੈਂ ਕਿਹਾ ਯਾਦ ਨਹੀਂ। ਉਹੀ ਮੈਨੂੰ ਗੱਲ ਫੱਟ ਫੁੱਟੀ ਵੀ ਸਾਨੂੰ ਰੋਟੀ ਕਿਸੇ ਟਾਈਮ ਮੰਗ ਕੇ ਖਾਣੀ ਪਈ ਸੀ, ਗਰੀਬ ਨਹੀਂ ਸੀ, ਲੋੜ ਹੈ ਸਮੇਂ ਦੀ। ਕਿਉਂ ਜੇ ਪਾਕਿਸਤਾਨ ਤੋਂ ਅਸੀਂ ਛੱਡੇ, ਆਪਣਾ ਪਰਿਵਾਰ ਛੱਡਿਆ, ਸਭ ਕੁਝ ਛੱਡਿਆ, ਧਰਮ ਛੱਡਿਆ ਸੀ ਨਾ, ਪਹਿਲਾਂ ਛੁੱਟੇ ਸੀ ਨਹੀਂ ਸੀ ਜਗ੍ਹਾ,
ਭੁੱਖਾ ਨਾ ਵੇਖ, ਨੰਗਾ ਨਾ ਵੇਖ, ਕਿਸੇ ਦੀ ਬੇਟੀ ਸਮਝ ਦਾ ਮਤਲਬ ਨਹੀਂ ਉੱਠ ਸਕਦੀ, ਕਿਸੇ ਦਾ ਦਰਦ ਵਡਾਉਣ ਦੀ ਕੋਸ਼ਿਸ਼ ਕਰ। ਜਦੋਂ ਤੂੰ ਉੱਥੋਂ ਇੱਕੋ ਨਹੀਂ ਬੈਠ ਗਿਆ, ਜਦੋਂ ਤੁਸੀਂ ਜਾਣਾ ਉੱਥੇ ਨਾ ਤੈਨੂੰ ਪੁੱਛਿਆ ਜਾਏਗਾ ਤੂੰ ਮੰਤਰੀ ਕਿੱਡਾ ਵੱਡਾ ਜਾਂ ਸਰਮਾਏਦਾਰ ਕਿੱਡਾ ਵੱਡਾ ਜਾਂ ਕਿੰਨੇ ਕੁ ਮਹਿਰ ਮਾਰੀਆਂ ਪਈਆਂ ਨੇ, ਉਹਦੀ ਦਰਗਾਹ 'ਚ ਜਾ ਕੇ ਬੋਲੂਗਾ ਤੇ ਇੱਕੋ ਗੱਲ ਪੁੱਛੀ ਜਾਵੇ, ਤੂੰ ਇਸ ਕਿਰਤਾਂ ਦੀ ਕੁਝ ਚੀਜ਼ ਨਹੀਂ, ਜੇ ਤੂੰ ਕੁਝ ਇਹ ਜੀਵਨ ਤੈਨੂੰ ਮਿਲਿਆ ਤੇ ਤੈਨੂੰ ਉਸ ਦਰਗਾਹ 'ਚ ਪੁੱਛਿਆ ਜਾਵੇਗਾ ਕਿਸੇ ਦਾ ਦਰਦ ਵਡਾਇਆ ਜਾਂ ਰੋਂਦੇ ਨੂੰ ਕਿਸੇ ਨੂੰ ਸਹਾਇਆ ਜਾਂ ਭੁੱਖੇ ਨੂੰ ਕਿਸੇ ਵਾਅਦੇ ਕਿਦਾ ਤਾਂ ਢੱਕਿਆ ਜਾਂ ਕਿਸੇ ਦੇ ਐਸੇ ਔਖੇ ਸਮੇਂ ਦੇ ਵਿੱਚ ਤੂੰ ਕਰ ਸਾਥ ਦਿੱਤਾ। ਗੁਰੂ ਨੇ ਕਿਰਪਾ ਕੀਤੀ, ਮਾਲਕ ਨੇ ਰਹਿਮਤ ਕੀਤੀ, ਸੱਚੇ ਪਾਤਸ਼ਾਹ ਨੇ, ਤੇ ਉਹ ਦਿਨ ਤੋਂ ਅਸੀਂ ਪਹਿਲੇ ਦਿਨ ਜਦੋਂ ਸ਼ੁਰੂਆਤ ਕੀਤੀ 23 ਲੜਕੀਆਂ ਦੀ ਸ਼ਾਦੀ ਕੀਤੀ, ਬੇਟੀਆਂ ਨੇ। ਲੋੜਵੰਦਾਂ ਦੀ ਲੜਕੀਆਂ ਦੀ ਸ਼ਾਦੀ ਕਰਨ ਤੋਂ ਬਾਅਦ ਰਾਜਾ ਸਾਹਿਬ ਨੂੰ ਛੱਡਣ ਤੋਂ ਬਾਅਦ ਵੈਸੇ ਛੱਡ ਪਹਿਲਾਂ ਚੱਲ ਰਿਹਾ ਸੀ, ਇਹ ਸੇਵਾ ਚੱਲ ਰਹੀ ਸੀ ਡੇਗੂ ਜੀ, ਥੋੜੀ ਬਹੁਤੀ ਮਤਲਬ ਬਾਬਾ ਜੀ ਨਾਲ ਮਤਲਬ ਹੋ ਗਈ ਸੀ ਗੱਲ। ਸਗੋਂ ਉਸ ਟਾਈਮ ਜਿਹੜੀ ਸਾਡੀ ਸੇਵਾ ਮਾੜੀ ਮੋਟੀ ਚੱਲਦੀ ਸੀ ਪਿੰਡਾਂ ਦੇ ਵਿੱਚ, ਮਹਾਰਾਣੀ ਪ੍ਰਨੀਤ ਕੌਰ ਇਹਨਾਂ ਨੇ ਕਿਹਾ ਬਲਵਿੰਦਰ ਮੈਂ ਵੀ ਪਾਕਿਸਤਾਨ ਤੋਂ ਆਈ ਹਾਂ, ਇੱਕ ਅਸੀਂ ਅੰਤਰਰਾਸ਼ਟਰੀ ਜੋ ਭਾਊ ਭਾਈਚਾਰਾ ਬਣਾਇਆ, ਸੰਗਠਨ ਬਣਾਇਆ, ਮੈਂ ਉਹ ਸਾਰੇ ਬੰਦਿਆਂ ਨੂੰ ਕੱਟ ਕੇ ਮੀਟਿੰਗ ਇਕੱਠੀ ਕਰਕੇ ਮੈਂ ਕਿਹਾ ਵੀ ਦੇਖੋ ਭਾਊ ਦਾ ਲਫ਼ਜ਼ ਭਰਾ, ਭਾਈਚਾਰਾ, ਆਪਾਂ ਸਾਰੇ ਜਦੋਂ ਆਪਾਂ ਪਾਕਿਸਤਾਨ ਧਰਮ ਛੱਡ ਕੇ ਆਏ ਆ ਤੇ ਆਪਾਂ ਜਿੰਨੇ ਉਦੋਂ ਆਏ ਆ ਆਪਾਂ ਇੱਕ ਤਾਂ ਸ਼ੁਕਰਾਨਾ ਮਾਲਵੇ ਲੋਕਾਂ ਦੇ ਮਾਝੇ ਦੁਆਬਿਆਂ ਦਾ ਕਰੀਏ, ਇੱਕ ਦੂਜਾ ਆਪਾਂ ਉਹਨਾਂ ਲੋੜਵੰਦਾਂ ਦਾ ਸਾਥ ਦੇਈਏ ਜੇ ਆਪਾਂ ਧਰਮ ਛੱਡਿਆ ਤਾਂ। ਉਹਨਾਂ ਕਿਹਾ ਠੀਕ ਹੈ, ਮੇਰਾ ਸਹਿਯੋਗ ਦਿੱਤਾ, ਛੋਟਾ ਜਿਹਾ ਪੈਰਾ ਲੈ ਕੇ ਚੱਲੇ ਸਾਂ ਤੇ ਪਟਿਆਲੇ ਦੇ ਇੱਕ ਮਾਲਵਾ ਵੱਜਦਾ ਸੀ, ਮਲਵਈ ਤੇ ਵੱਜਦੇ ਭਾਊ, ਮਲਵਈਆਂ ਦਾ ਪੈਸੇ ਅਸੀਂ ਰਹਿਣੀ ਸਾਂ, ਉਹਨਾਂ ਸਾਨੂੰ ਸਮਝਿਆ, ਭਾਊਆਂ ਨਾਲ ਮੈਂ ਮੀਟਿੰਗ ਕੀਤੀ, ਉਹਨਾਂ ਨੇ ਕਿਹਾ ਅਸੀਂ ਤੁਹਾਡੇ ਨਾਲ ਸਹਿਯੋਗ ਚੱਲਾਂਗੇ। ਕੁਝ ਗੁਰੂ ਦੀ ਕਿਰਪਾ ਨਾਲ ਵੀ ਚਲੋ ਠੀਕ ਸੀ ਮੈਡਮ। ਇਹ ਹੌਲੀ ਹੌਲੀ ਸਾਰੇ ਕਿਤੇ ਫੈਲ ਗਿਆ ਤੇ ਇਹਦਾ ਕਾਫਲਾ ਏਡਾ ਵੱਡਾ ਹੋ ਗਿਆ ਕਿ ਲੀਡਰਾਂ ਨੂੰ ਖਤਰਾ ਹੋਣ ਲੱਗ ਗਿਆ ਕਿ ਕੀ ਹੈ, ਤੇ ਕੀ ਇਹੀ ਕਾਰਨ ਬਣਿਆ ਕਿ ਪ੍ਰਕਾਸ਼ ਸਿੰਘ ਬਾਦਲ ਜੇ ਸੁਖਵੀਰ ਬਾਦਲ ਨੇ ਫਿਰ ਤੁਹਾਡੇ ਕੋਲ ਬੰਦੇ ਭੇਜੇ, ਅਪਰੋਚ ਕੀਤੀ ਤੇ ਤੁਹਾਨੂੰ ਆਪਣੇ ਨਾਲ ਮਿਲਾਇਆ? ਇਹ ਨਹੀਂ ਚੱਲਦਾ, ਇਸ ਤਰ੍ਹਾਂ ਹੋਇਆ ਕਿ ਜਦੋਂ ਇਹ ਸੰਸਥਾ ਪੂਰੀ ਚੱਲ ਗਈ ਤਕਰੀਬਨ ਉਦੋਂ 30,000 ਪਰਿਵਾਰ ਸੀ ਪਟਿਆਲੇ ਦੇ ਵਿੱਚ, ਜਦੋਂ ਸਾਡੇ ਨਾਲ ਜ਼ਿਆਦਾ ਵਿਗਾੜ ਪੈ ਗਿਆ, ਜਦੋਂ ਬਸ ਸੁਖਬੀਰ ਬਾਦਲ ਜੀ ਨਾਲ ਗੱਲ ਚੱਲਦੀ ਹੈ ਉਦੋਂ ਥੋੜਾ ਜਿਹਾ ਪਹਿਲਾਂ 30,000 ਪਰਿਵਾਰ ਸੀ ਤੇ ਸਿਆਸੀ ਦਬਾਅ ਪਏ ਕੈਪਟਨ ਅਮਰਿੰਦਰ ਸਿੰਘ ਤੇ ਕਿ ਜਿਹੜੀ ਇਹ ਸਮਾਜ ਸੇਵਾ ਕਰਦੇ ਨੇ 35,000 ਪਰਿਵਾਰ ਹੈ ਜਿਹੜਾ 30 ਤੋਂ ਉਹ ਵੱਧ ਕੇ 40-45 ਵੀ ਹੋ ਗਿਆ ਵੀ ਇਸ ਪਰਿਵਾਰ ਨੂੰ ਸ਼ੁਰੂ ਚ ਦਬਾਇਆ ਜਾਵੇ, ਜਿਨ੍ਹਾਂ ਨੂੰ ਹਰ ਮਹੀਨੇ ਆਟਾ ਦਾਲ ਫ੍ਰੀ ਦਿੱਤਾ ਜਾਂਦਾ ਸੀ। ਇਹਨਾਂ ਦੇ ਪਿੰਡਾਂ ਪਿੰਡ ਜਾ ਕੇ ਅਸੀਂ ਚੁਣੇ ਬੰਦੇ ਜਿਹਨੂੰ ਵਾਕਈ ਲੋੜਵੰਦ ਸਨ, ਸਾਡੇ ਕਹਿੰਦੇ ਬੰਦ ਕਰ ਦਿਓ। ਇਸ ਤਰ੍ਹਾਂ ਸੀ ਵੀ ਮਨ ਨਹੀਂ ਟੁੱਟਿਆ, ਨਹੀਂ ਕਰਨੇ ਬੰਦ ਲਈ ਕੀਤਾ ਤੇ ਮੈਨੂੰ ਇਹ ਪਤਾ ਲੱਗਿਆ ਕਿ ਤੁਹਾਡੇ ਦਫ਼ਤਰ ਕਿਉਂਕਿ ਅਖਬਾਰਾਂ 'ਚ ਖਬਰਾਂ ਆਈਆਂ ਕਿ ਸਾਰੇ ਬੋਰਡ ਵੀ ਪੜ ਗਏ ਤੇ ਤੁਹਾਡੀਆਂ ਜਿੰਨੀਆਂ ਬ੍ਰਾਂਚਾਂ ਸੀ ਬੰਦ ਕਰਾਤੀਆਂ। ਉਸ ਟਾਈਮ 25 ਬ੍ਰਾਂਚਾਂ ਚੱਲਦੀਆਂ ਸੀ, ਜਿਨ੍ਹਾਂ ਦੇ ਟੋਟਲ ਸਾਰਿਆਂ ਤੇ ਲਿਖਿਆ ਸੀ ਗੁਰੂ ਨਾਨਕ ਮੋਦੀ ਖਾਨਾ ਸੇਵਾਦਾਰ ਭਾਊ ਭਾਈਚਾਰਾ ਸੰਗਠਨ। ਠੀਕ ਹੈ। ਉਹਨਾਂ ਦੇ ਵਿੱਚੋਂ ਪਰਿਵਾਰ ਹਰ ਮਹੀਨੇ ਆਉਂਦੇ ਸੀ, 25 ਬ੍ਰਾਂਚਾਂ ਜੋ ਹਰ ਮਹੀਨੇ ਵੱਖਰੇ ਵੱਖਰੇ ਆਪਣਾ ਰਾਸ਼ਨ ਆਟਾ ਦਾ ਲੈ ਕੇ ਚਲੇ ਜਾਂਦੇ ਸੀ ਤੇ ਇਹਨਾਂ ਨੇ ਸਾਰੇ ਬੋਰਡ ਪਟਾ ਕੇ ਥਾਣੇ ਰਖਾ ਤੇ ਅਸੀਂ ਨਹੀਂ ਚੱਲਣ ਦੇਣਾ। ਸਟੇਟਮੈਂਟ ਵੀ ਆਈ ਸੀ ਕੈਬਨਿਟ ਮੰਤਰੀ ਜੀ ਸੀ ਧੰਦਾਵੇ ਨੇ, ਉਹਨੇ ਦਿੱਤਾ ਸੀ ਵੀ ਜਿਹੜੀ ਇਹ ਸੇਵਾ ਚੱਲਦੀ ਅਸੀਂ ਕਿਸੇ ਆਪਸ ਪੰਜਾਬ 'ਚ ਨਹੀਂ ਚੱਲਣ ਦਿਆਂਗੇ। ਇਹ ਕਿਉਂ ਸੀ ਕਿ ਇਹਨਾਂ ਨੂੰ ਘਾਟਾ ਪੈਂਦਾ ਸੀ? ਇਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਸ਼ਾਇਦ ਇਹ ਸਾਡੀਆਂ ਵੋਟਾਂ ਖਰਾਬ ਕਰੇ। ਜਦੋਂ ਮੈਂ ਕਹਿ ਦਿੱਤਾ ਸੀ ਵੀ ਮੈਂ ਇਲੈਕਸ਼ਨ ਨਹੀਂ ਲੜਾਂਗਾ, ਮੈਂ ਜਦੋਂ ਦੇਖ ਲਿਆ ਵੀ ਠੋਕਰ ਪੈ ਗਈ ਵੀ ਜਿਸ ਬੰਦੇ ਨਾਲ ਮੈਂ ਇੰਨਾ ਚਿਰ ਕੀਤਾ ਹੈ, ਜੇ ਉਹਨਾਂ ਦੇ ਅੰਦਰ ਵੀ ਕਿਸੇ ਲਈ ਗਰੀਬ ਲਈ ਦਰਦ ਨਹੀਂ ਰਿਹਾ ਰਿਹਾ ਤੇ ਮਤਲਬ ਦੂਜੇ ਪਾਸੇ ਨੂੰ ਮਾਣ ਕਰਦਾ। ਗੱਲ ਜ਼ਿਆਦਾ ਵੱਧ ਨਾ ਜਾਵੇ, ਆਪਾਂ ਹੋਰ ਵੀ ਬਹੁਤ ਸਾਰੇ ਪੁਆਇੰਟ ਡਿਸਕਸ ਕਰਨੇ ਆ। ਉਸ ਤੋਂ ਬਾਅਦ ਫਿਰ ਇਹ ਕੀ ਵਜ੍ਹਾ ਹੋਇਆ ਕਿ ਬਾਦਲ ਸਾਹਿਬ ਨੇ ਤੁਹਾਨੂੰ ਆਪਣੇ ਨਾਲ ਲਾਇਆ? ਬਾਦਲ ਸਾਹਿਬ ਨੇ ਇਹ ਲਾਇਆ, ਉਦੋਂ ਮੇਰੇ ਕੋਲ ਲੱਖ ਪਰਿਵਾਰ ਹੋ ਗਿਆ ਸੀ। 5 ਸਾਲ ਹੋ ਗਏ ਨਿਰੰਤਰ ਚੱਲ ਰਿਹਾ ਸੀ, ਮੈਨੂੰ ਲਗਾਤਾਰ ਜੇਲ੍ਹ ਛੱਡੀ ਜਾਂਦੀ, ਮੈਂ ਜੇਲ੍ਹ ਵੀ ਜਾਂਦਾ ਤਾਂ ਫਿਰ ਵੀ ਮੇਰਾ ਸੰਗਠਨ। ਤੁਹਾਡੇ ਤੇ ਸੱਚ ਕੇਸ ਬਹੁਤ ਹੋਏ ਤੇ ਉਹ ਮੇਰੇ 12 ਕੇਸ ਪਾਏ ਸੀ, 12 ਦੇ ਵਿੱਚੋਂ ਇੱਕ ਕੇਸ ਮੇਰੇ ਤੇ ਸੱਚਾ ਸੀ, ਬਾਕੀ ਸਾਰੇ ਝੂਠੇ ਸੀ। ਇੱਕ ਕੇਸ ਰਹਿ ਗਿਆ, ਬਾਕੀ ਮੇਰੇ ਸਾਰੇ ਕੇਸ ਮੈਂ ਬਰੀ ਹੋ ਚੁੱਕਾ ਹਾਂ। ਇੱਕ ਮੇਰੇ ਤੇ ਸੱਚਾ ਸੀ, ਮੈਂ ਬਰੀ ਹੋ ਗਿਆ। ਅੱਛਾ, ਸੱਚੇ ਜੋ ਬਰੀ ਹੋ? ਸੱਚੇ ਤੇ ਬਰੀ ਹੋ ਗਿਆ ਤੇ ਹੁਣ ਝੂਠੇ? ਚੋਰ ਤੇ ਰਹਿ ਗਿਆ, ਝੂਠਾ ਹੁੰਦੇ ਜੋ ਵੀ ਤੱਕ ਕਰੇਗਾ, ਬਾਕੀ ਸਾਰੇ ਕੇਸਾਂ 'ਚ ਮੈਂ ਬਰੀ ਹੋ ਗਿਆ। ਤੇ ਟੋਟਲ ਕੇਸ ਕਿੰਨੇ ਬਣੇ? 12 ਬਣਾਏ ਸੀ। ਅੱਛਾ, ਇੱਕ ਸੱਚਾ ਤੇ 11 ਝੂਠੇ। ਇਸ ਤਰ੍ਹਾਂ ਮੈਂ ਸਟੇਟਮੈਂਟ ਦਿੰਦਾ ਜਿਸ ਤਰੀਕੇ ਨਾਲ ਮੈਂ ਜੇਲ੍ਹ 'ਚੋਂ ਮੈਂ ਬੈਠਾ ਸੀ, ਮੈਨੂੰ ਦੱਸ ਦਿੱਤਾ ਵਿੱਚੋਂ ਕਿਤੇ ਕਿਉਂ ਵਿੱਚੋਂ ਕੋਈ ਐਸੇ ਅਫਸਰ ਵੀ ਜਿਹੜੇ ਜਿਨ੍ਹਾਂ ਦੇ ਅੰਦਰ ਮੰਨਦਾ ਰਿਹਾ ਸੀ, ਮੈਨੂੰ ਕਹਿੰਦੇ ਨੇ ਬਲਵਿੰਦਰ ਕੱਲ ਜੇਲ੍ਹ 'ਚ ਤੈਨੂੰ ਇੰਨੇ ਵਜੇ ਛੱਡਣਾ, ਇੰਨੇ ਵਜੇ ਤੇਰੇ ਤੇ ਇਹੋ ਜਿਹਾ ਗਲਤ ਕੇਸ ਪਾਉਣਾ, ਮਤਲਬ ਕੋਈ ਮਾੜੀ ਕਿਸਮ ਦਾ ਕੇਸ ਪਾ ਕੇ ਤੇਰੇ ਤੇ ਤੈਨੂੰ ਫਿਰ ਅੰਦਰ ਭੇਜਣਾ। ਮੈਂ ਸਟੇਟਮੈਂਟ ਦੇਤੀ ਵੀ ਮੈਨੂੰ ਇਹੋ ਜਿਹਾ ਕੇਸ ਪਾਉਣਾ ਚਾਹੁੰਦੇ। ਜਦੋਂ ਉਹਦਾ ਨਾ ਪਾਇਆ, ਜਦੋਂ ਮੈਨੂੰ ਅਗਲੇ ਨੇ ਛੱਡਿਆ ਤਕਰੀਬਨ 5:30 ਵਜੇ, 5:45 ਵਜੇ ਇੱਕ 5000 ਬੰਦਾ ਮੈਨੂੰ ਜੇਲ੍ਹ ਤੋਂ ਲੈਣ ਆ ਰਿਹਾ। ਉਹ ਮੇਰੇ ਪਿਆਰੇ ਸੰਗਤ ਦੇ ਰੂਪ ਚ ਜੇਲ੍ਹ ਲੈ ਕੇ ਆ ਰਹੇ ਨੇ। ਨਿਕਲਦੇ ਆ ਸਾਰੇ 5:30 ਮੈਂ ਉੱਥੋਂ ਨਿਕਲਿਆ, 5:45 ਮੇਰੇ ਤੇ ਕੇਸ ਰਜਿਸਟਰਡ ਥਾਣੇ ਸਦਰ ਚ ਵੀ 20 ਬੰਦੇ ਬਲਵਿੰਦਰ ਦੇ ਨਾਲ ਸੀ ਤੇ ਬਲਵਿੰਦਰ ਆਪ ਸੀ। ਇਹਨਾਂ ਨੇ ਆ ਕੇ ਖਾਣਾ ਘੇਰ ਲਿਆ, ਉੱਥੇ ਗੋਲੀਆਂ ਚਲਾਈਆਂ ਵੀ ਦੇਖੋ ਜੇਲ੍ਹ ਤੋਂ ਨਿਕਲਦਾ ਮੇਰੇ ਕੋਲ ਕਿਹੜੇ ਹਥਿਆਰ ਸੀ ਜੀ। ਫਿਰ ਇਹਨਾਂ ਨੂੰ ਚੁੱਕ ਕੇ ਜੇਲ੍ਹ ਦੇ ਦਿੱਤਾ। ਉਹ ਜੇਲ੍ਹ ਦਿੰਦੇ ਸੀ ਤੇ ਉਹ ਲੋਕ ਪਬਲਿਕ ਮੇਰੇ ਨਾਲ ਸੀ। ਇੱਕ ਗੱਲ ਮੈਨੂੰ ਹੋਰ ਮੈਂ ਤੁਹਾਡੇ ਤੋਂ ਕਲੀਅਰ ਕਰਨੀ ਚਾਹੁੰਦਾ, ਜੇ ਨਾ ਚੰਗੀ ਲੱਗੇ ਤਾਂ ਨਾ ਜਵਾਬ ਦੇਣਾ,
ਉੱਥੇ ਇੱਕ ਪਾਸੇ ਸ਼ਰਾਬ, ਦੂਜੇ ਪਾਸੇ ਦਾਲ। ਸ਼ਰਾਬ ਦੇ ਏਡੇ ਠੇਕੇ, ਜਦੋਂ ਮਰਜੀ ਜਿਹੜੇ ਪਾਸੇ ਨੂੰ ਪਟਿਆਲੇ 'ਚ ਅਸੀਂ ਤੁਰਦੇ ਸੀ, ਏਦਾਂ ਹੀ ਪਤਾ ਲੱਗਦਾ ਸੀ ਕਿ ਬਲਵਿੰਦਰ ਸਾਹਿਬ ਦਾ ਠੇਕਾ। ਬਿਲਕੁਲ ਤੁਹਾਡੇ ਨਾਲ ਸਹਿਮਤ। ਠੇਕੇ ਸੀ ਸ਼ਰਾਬ ਦੇ ਸਾਰੇ। ਮਤਲਬ ਇੱਕ ਜਦੋਂ ਅਸੀਂ ਇਹ ਲਾਈਨ ਚੱਲੇ, ਇੱਕ ਪੌਂਟੀ ਚੱਡਾ, ਇੱਕ 2 MLA ਹੋਰ ਸਨ ਤੇ ਚੌਥਾ ਮੈਂ, ਸਾਰੇ ਚੱਲੇ ਬਰਾਬਰ ਚੱਲੇ। ਇਹ ਸਵਾਲ ਮੇਰੇ ਬੱਚੇ ਨੇ, ਕੋਈ ਬੇਟੇ ਨੇ ਮੈਨੂੰ ਕੀਤਾ, ਕਹਿੰਦਾ ਡੈਡੀ ਸਾਰਿਆਂ ਨੇ ਅਰਬਾਂ ਰੁਪਇਆ ਕਮਾ ਲਿਆ, ਤੂੰ ਨਹੀਂ ਕਮਾਇਆ। ਉਹਦੀ ਮੰਮੀ ਕਹਿੰਦੀ ਨਾ ਬੇਟਾ ਇਹ ਗੱਲ ਰੁਕ ਜਾ, ਜੋ ਕੁਝ ਇਸਨੇ ਕਮਾਇਆ ਸਾਨੂੰ ਪਤਾ ਕੀ ਕਮਾਇਆ। ਪੌਂਟੀ ਚੱਡਾ ਵੀ ਅੱਜ ਕੱਲ ਅਰਬਾਪਤੀ ਹੈ, ਦੂਜੇ ਦੇ ਨਾਲ 2 ਚਲੇ ਹੋਏ ਅਰਬਾਪਤੀ ਹੈ। ਠੀਕ ਹੈ। ਪਰ ਜਿਹੜਾ ਪੈਸਾ ਇਹ ਜਨਤਾ ਦਾ ਤੋਂ ਲਿਆ ਗਿਆ, ਜਨਤਾ ਤੇ ਵੰਡਿਆ ਗਿਆ। 2200 ਲੜਕੀ ਦੀ ਸ਼ਾਦੀ ਕੀਤੀ ਗਈ, 1 ਲੱਖ ਤੋਂ ਉੱਪਰ ਪਰਿਵਾਰ ਰਿਕਾਰਡ, ਹਰ ਮਹੀਨੇ 5 ਸਾਲ ਲਗਾਤਾਰ ਫ੍ਰੀ ਆਟਾ ਦਾ ਪਰਿਵਾਰਾਂ ਨੂੰ ਜਾਂਦਾ ਰਿਹਾ। ਤੇ ਪਿੰਡ ਦੇ ਵਿੱਚ ਆਪਣੇ ਚ 125 ਬੱਚੇ ਤਕਰੀਬਨ ਗੂੰਗੇ ਬੋਲੇ ਅੰਨੇ ਬੱਚੇ ਅਸੀਂ ਨਹੀਂ ਕਰ ਰਹੇ। ਮਾਲਕ ਨੇ ਸੋਝੀ ਦਿੱਤੀ ਸੱਚੇ ਪਾਤਸ਼ਾਹ, ਥੋੜਾ ਜਿਹਾ ਇਸ ਪਾਸੇ ਨੂੰ ਸਕੂਲ ਵੱਲ ਨੂੰ ਬਸਤਾ ਫੜਾ ਕੇ ਤੋੜਨ ਦੀ ਕੋਸ਼ਿਸ਼ ਕੀਤੀ ਤੇ ਤੇਰਾ ਆਹ ਕੋਈ ਸਕੂਲ 'ਚ ਦਾਖਲਾ ਲੈਣਾ ਤੇ ਤੇਰਾ ਆਹ ਉੱਥੇ ਦਰਗਾਹ ਪ੍ਰਵਾਨ ਹੋਏਗਾ। 125 ਬੱਚੇ ਗੂੰਗੇ ਬੋਲੇ ਤੇ ਦੂਜੇ ਬੱਚਿਆਂ ਦਾ ਰਹਿਣਾ ਸਾਡੇ ਕੋਲ ਉਹ ਇੱਕ ਗਵਰਨਮੈਂਟ ਕੋਈ ਮਦਦ ਕਰ ਰਹੀ ਹੈ? ਗਵਰਨਮੈਂਟ ਨੇ ਕੋਈ ਮਦਦ ਨਹੀਂ ਕੀਤੀ, ਪਹਿਲਾਂ ਵੀ ਨਹੀਂ ਕੀਤੀ, ਹੁਣ ਵੀ ਨਹੀਂ ਕੀਤੀ। ਤੇ ਸਾਰੇ ਮਤਲਬ ਹੁਣ ਤਾਂ ਇੰਟਰਨੈਸ਼ਨਲ ਭਾਈਚਾਰਾ ਜਿਹੜਾ ਉਹ ਬੜੀ ਦੂਰ ਤੱਕ ਪਹੁੰਚ ਗਿਆ, ਮਤਲਬ ਵਰਲਡ ਦੇ ਵਿੱਚ ਸਾਡਾ ਉਹ ਵੀ ਕਰ ਰਿਹਾ, ਹੋਰ ਵੀ ਜਿਨ੍ਹਾਂ ਨੂੰ ਕੋਈ। ਹੁਣ ਅਗਲੀ ਗੱਲ ਜਿਹੜੀ ਆਪਾਂ ਬ੍ਰੇਕ ਤੋਂ ਬਾਅਦ ਕਰਾਂਗੇ, ਸਾਡਾ ਸਮਾਂ ਹੋ ਗਿਆ ਕਿਉਂਕਿ ਗੱਲਾਂ ਇੰਨੀਆਂ ਜ਼ਿਆਦਾ ਹੈਗੀਆਂ ਨੇ ਕਰਨ ਵਾਲੀਆਂ, ਸ਼ਾਇਦ ਘੰਟੇ 'ਚ ਨਾ ਪੂਰੀਆਂ ਹੋਣ। ਬ੍ਰੇਕ ਤੋਂ ਬਾਅਦ ਆਪਾਂ ਕਾਲ ਵੀ ਲੈਣੀ ਆ, ਪਰ 2-1 ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਨੀਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੋਸਤੋ ਬਲਵਿੰਦਰ ਸਿੰਘ ਸੈਕਟਰੀਪੁਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਬਾਦਲ ਸਰਕਾਰ ਦੇ ਸਾਡੇ ਨਾਲ ਨੇ। ਇਹਨਾਂ ਨਾਲ ਗੱਲਬਾਤ ਵੀ ਜਾਰੀ ਰਹੂਗੀ ਬ੍ਰੇਕ ਤੋਂ ਬਾਅਦ ਤੇ ਤੁਹਾਡੀਆਂ ਕਾਲਸ ਵੀ ਲਈਆਂ ਜਾਣਗੀਆਂ, ਪਰ ਬ੍ਰੇਕ ਦਾ ਸਮਾਂ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਬਾਦਲ ਮੌਜੂਦਾ ਤੇ ਇੰਟਰਨੈਸ਼ਨਲ ਭਾਈਚਾਰੇ ਦੇ ਪ੍ਰੈਜ਼ੀਡੈਂਟ, ਫਾਊਂਡਰ ਤੇ ਹੋਰ ਜੋ ਕੁਛ ਲਾ ਲਓ ਲੋਕ ਸੇਵਾ ਵਾਸਤੇ। ਬਲਵਿੰਦਰ ਸਿੰਘ ਜੀ, ਆਪਾਂ ਸਿੱਧੇ ਚੱਲੀਏ ਕਿਉਂਕਿ ਸਮਾਂ ਬਹੁਤ ਘੱਟ ਹੈ, ਗੱਲਾਂ ਬਹੁਤ ਨੇ। ਜੇ ਮੈਂ ਤੁਹਾਨੂੰ ਇੱਕ ਸ਼ਬਦ ਦੇ ਵਿੱਚ ਪੁੱਛਾਂ ਕਿ ਤੁਸੀਂ 26-27 ਸਾਲ ਮਹਾਰਾਜਾ ਦੇ ਨਾਲ ਬਿਲਕੁਲ ਬਹੁਤ ਕਲੋਜ਼ ਰਹੇ, ਜੇ ਉਹ ਜਹਾਜ਼ ਨੇ ਤੁਸੀਂ ਜਹਾਜ਼ 'ਚ, ਜੇ ਉਹ ਗੱਡੀ 'ਚ ਨੇ ਗੱਡੀ 'ਚ, ਪਰਿਵਾਰਕ ਸੰਬੰਧ। ਤੇ ਜੇ ਮੈਂ ਪੁੱਛਾਂ ਅੱਜ ਤੁਸੀਂ ਉਹਨਾਂ ਦੀ ਪਾਰਟੀ ਦੇ ਵਿੱਚ ਨਹੀਂ, ਇੱਕ ਸ਼ਬਦ ਦੇ ਵਿੱਚ ਕੀ ਕਹੋਗੇ ਕਿ ਐਜ਼ ਏ ਇਨਸਾਨ, ਇੱਕ ਸੈਂਟੈਂਸ 'ਚ ਕੀ ਕਹੋਗੇ ਕਿ ਐਜ਼ ਏ ਇਨਸਾਨ ਮਹਾਰਾਜਾ ਸਾਹਿਬ ਕਿਹੋ ਜਿਹੇ ਬੰਦੇ ਨੇ? ਐਜ਼ ਏ ਇਨਸਾਨ ਇੱਕ ਬੜਾ ਵਧੀਆ ਬੰਦਾ ਸੀ, ਪਰ ਜਿਹੜੇ ਨਾਲ ਦੇ ਸਲਾਹਕਾਰ ਨੇ ਉਹ ਉਹਨਾਂ ਦੇ ਨਾਲ ਉਸ ਟਾਈਮ ਬਹੁਤ ਮਾੜੇ ਸੀ। ਜਿਹੜਾ ਮੈਨੂੰ 27-28 ਦਾ ਰਹਿਣਾ ਪਿਆ, ਜਦੋਂ ਰਾਜ ਸਤਾਈ, ਜਿਹੜਾ ਮੈਂ 5-6 ਮਹੀਨਿਆਂ ਬਾਅਦ ਹੀ ਉਹਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਪਾਸੇ ਹੋ ਗਿਆ। ਐਜ਼ ਏ ਇਨਸਾਨ ਚੰਗੇ ਨੇ, ਐਜ਼ ਏ ਇਨਸਾਨ ਚੰਗੇ ਸੀ, ਪਰ ਸਲਾਹਕਾਰ ਬਹੁਤੇ ਮਾੜੇ ਨੇ ਜਿਨ੍ਹਾਂ ਦੀ ਸੁਣਦੇ। ਤੇ ਹੁਣ ਐਜ਼ ਏ ਇਨਸਾਨ ਹੁਣ ਵੀ ਤੁਹਾਡੀ ਐਜ਼ ਏ ਦੋਸਤ ਕਦੇ ਕਦੇ ਗੱਲ ਹੋ ਜਾਂਦੀ ਹੈ? ਨਹੀਂ, ਹੁਣ ਗੱਲ ਤਕਰੀਬਨ ਨਹੀਂ ਹੁੰਦੀ। ਔਰ ਅਗਰ ਆਤਮਾ ਨੇ ਜਾਣੇ ਉਹ ਵੀ ਜਾਣੇਗਾ ਵੀ ਬਲਵਿੰਦਰ ਕੀ ਸੀ। ਹਾਂ ਸੱਚ ਆ ਗਿਆ ਯਾਰ, ਏਅਰਪੋਰਟ ਤੇ ਮਿਲੇ ਸੀ। ਅੱਛਾ, ਹਾਂ ਏਅਰਪੋਰਟ ਤੇ ਮਿਲੇ, ਨਾਲ ਉਹਨਾਂ ਦੇ ਉਦੋਂ CM ਸੀ ਤੇ IG ਰਜਿੰਦਰ ਸਿੰਘ, ਇੱਕ ਸਨ ਹੰਸਪਾਲ ਜੀ, ਇੱਕ ਜਿਹੜੇ ਯੂਥ ਦੇ ਪ੍ਰਧਾਨ ਸਨ ਸਿੰਗਲਾ ਜੀ, ਨਾਲ ਨਰਿੰਦਰ ਭਾਰਗਵ ਲੈ ਕੇ ਨਿਕਲ। ਉਹ ਮਿਲੇ ਤੇ ਉੱਥੇ ਚਾਂਦ ਤੱਕ ਸਾਡੀ ਗੱਲ ਚੱਲੀ ਤੇ ਮੈਨੂੰ ਗੱਲ ਕਰਦੇ ਨੇ ਵੀ ਬਲਵਿੰਦਰ ਗੱਲ ਕੀ ਆਪ ਪੁਰਾਣੀ ਛੇੜ ਦੀ। ਮੈਂ ਜੀ ਪੁੱਛੋ, ਮੈਂ ਕਿਹਾ ਮੇਰਾ ਕਸੂਰ ਨਹੀਂ ਵੀ ਮੈਨੂੰ ਕਿਉਂ ਤੁਹਾਡੇ ਤੋਂ ਦੂਰ ਕੀਤਾ ਗਿਆ, ਕਿਉਂ ਭਜਾਇਆ ਗਿਆ। ਅਗਰ ਤੁਸੀਂ ਮੈਨੂੰ ਇੰਨਾ ਚਿਰ ਜੇਲ੍ਹ 'ਚ ਰੱਖਿਆ, ਇੰਨਾ ਚਿਰ ਜੇਲ੍ਹ ਸਾਡਾ ਕੇਸ ਪਾਏ, ਉਸ ਤੋਂ ਬਾਅਦ ਉਹਦੇ ਬਾਅਦ ਅਗਰ ਬਾਦਲ ਸਾਹਿਬ ਮੈਨੂੰ ਆਪਣੇ ਦੇ ਨਾਲ ਵੇਖਦੇ ਸਾਰ ਹੈ, ਕੋਈ ਮੇਰਾ ਇਸ਼ਤਿਹਾਰ ਨਹੀਂ, ਪੋਸਟਰ ਵੀ ਅਗਰ ਲੱਖ ਬੰਦਾ ਇਕੱਠਾ ਕਰਕੇ ਉਹਨਾਂ ਨੂੰ ਮਦੀਨਾ ਤੇ ਵੇਖਦੇ ਸਾਰੇ ਕਹਿੰਦੇ ਨੇ ਅੱਜ ਮੈਂ ਤੈਨੂੰ ਸੁਖਬੀਰ ਬਾਦਲ ਦੇ ਬੇਟੇ ਦੇ ਬਰਾਬਰ ਲਿਖਣਾ ਵਾ। ਉਦੋਂ ਜਨਰਲ ਸਕੱਤਰ ਕੈਪਟਨ ਕਮਲਜੀਤ ਸੀ, ਇੱਕ ਭੁੰਦਰ ਸਾਹਿਬ ਸੀ, ਇੱਕ ਸ਼ਾਇਦ ਮਹਿੰਦਰ ਗਰੇਵਾਲ ਸੀ। ਸੁਖਬੀਰ ਬਾਦਲ ਦੇ ਨਾਲ ਕਹਿੰਦੇ ਬਰਾਬਰ ਮੈਂ ਲੈਣਾ, ਸਟੇਜ 'ਚ ਖੜੇ 2 ਸਕਿੰਟ 'ਚ ਮੈਂ ਜਿਹਨੂੰ ਲੈ ਲਿਆ। ਤੇ ਦੱਸੋ ਫਿਰ ਉਸ ਟਾਈਮ ਸਾਰਿਆਂ ਕੋਲ ਬੰਨੇ ਕਿ ਬਲਵਿੰਦਰ ਸਹੀ ਸੀ, ਤੁਹਾਡੇ ਤੋਂ ਜੁਦਾ ਹੋਣ ਲਈ ਤੋੜਿਆ ਗਿਆ ਸੀ। ਕਹਿੰਦੇ ਮੇਰੇ ਨਾਲ ਇਹਨਾਂ ਬੰਦਿਆਂ ਨੇ ਕਰਾਇਆ। ਅੱਛਾ, ਤੇ ਅਜੇ ਵੀ ਤੁਸੀਂ ਉਹਨਾਂ ਨੂੰ ਐਜ਼ ਇਨਸਾਨ ਚੰਗੇ ਨਹੀਂ, ਮੈਂ ਇਹ ਇਨਸਾਨ ਨਹੀਂ ਬੜਾ ਕਹਾਂ, ਉਸ ਦਿਨ 28 ਸਾਲ ਜੇ ਮਾੜਾ ਹੁੰਦਾ ਕਿਉਂ ਰਹਿੰਦਾ। ਤੇ ਹੁਣ ਆਪਾਂ ਗੱਲ ਕਰੀਏ ਮੌਜੂਦਾ ਸਰਕਾਰ ਦੀ, ਬਾਦਲ ਸਰਕਾਰ ਦੀ, ਸੁਖਬੀਰ ਸਿੰਘ ਬਾਦਲ ਦੀ। ਇਹਨਾਂ ਦੇ ਲੋਕ ਜ਼ਿਆਦਾ ਪੱਖ 'ਚ ਨਹੀਂ, ਜਿਹੜੀ ਹਵਾ ਇਹਨਾਂ ਦੇ ਕਾਫੀ ਉਲਟ ਹੈ। ਇੱਕ ਤਾਂ ਇਹ ਹੈ ਕਿ ਸੁਖਬੀਰ ਬਾਦਲ 'ਚ ਕਹਿੰਦੇ ਆਕੜ ਬਹੁਤ ਆ, ਉਹ ਹਰ ਗੱਲ ਮੈਂ ਕਰਕੇ ਕਰਦਾ ਹੈ ਤੇ ਕਿਉਂਕਿ ਮੈਂ ਤਾਂ ਜਿਹੜੇ ਬੰਦੇ 'ਚ ਹੋਵੇ ਉਹ ਕੁਦਰਤੀ ਤੌਰ ਤੇ ਲੋਕਾਂ ਦੇ ਜ਼ਿਆਦਾ ਦਿਲਾਂ 'ਚ ਨਹੀਂ ਵੜਦਾ। ਪਰ 2-4 ਕੰਮ ਉਹਨਾਂ ਨੇ ਜਿੱਦਾਂ ਕਬੱਡੀ ਦਾ ਵਰਲਡ ਕੱਪ ਕਰਾਇਆ, ਬਹੁਤ ਚੰਗਾ ਕਰਾਇਆ। ਸੁਖਬੀਰ ਬਾਦਲ ਨੂੰ ਤੁਸੀਂ ਕਿਹੋ ਜਿਹਾ ਬੰਦਾ ਕਹੋਗੇ? ਨਹੀਂ ਦੇਖੋ, ਰਾਜ ਸਭਾ ਸਾਡੇ ਡਿਪਟੀ CM ਬਣੇ ਨੇ, ਪਾਰਟੀ ਪ੍ਰਧਾਨ ਬਣੇ ਨੇ। ਅਗਰ ਜੇ ਕੋਈ ਉਹਨਾਂ ਕੋਲ ਸਾਰੀ ਪਾਰਟੀ ਨੂੰ ਚੰਗਾ ਲੱਗਾ ਤਾਂ ਉਹਨਾਂ ਨੂੰ ਬਣਾਇਆ ਗਿਆ ਨਾ। ਕਈ ਵਾਰੀ ਧੱਕੇ ਨਾਲ ਵੀ ਹੋ ਜਾਂਦਾ ਸਬਜ਼ੀਪੁਰ ਸਾਹਿਬ ਕੰਮ। ਨਹੀਂ, ਧੱਕੇ ਨਾਲ ਚਲੋ ਪਾਰਟੀ ਦੇ ਵਿੱਚ ਥੋੜ੍ਹੀਆਂ ਬਹੁਤੀਆਂ ਗੱਲਾਂ ਚੱਲਦੀਆਂ ਨੇ, ਪਰ ਅਸਲ ਲਾ ਲਈਏ
ਤਰੀਕੇ ਕਬੱਡੀ ਵਾਲਾ ਜਿਹੜਾ ਇਹਨਾਂ ਨੇ ਕੰਮ ਕਰਾਇਆ ਹਾਂ ਫਿਰ ਜੀ ਮੈਂ ਤਾਂ ਕਹਾਂਗਾ ਜਿਹੜੀ ਮੇਰੀ ਮੰਗ ਸੀ ਗਰੀਬਾਂ ਦੀ ਆਟਾ ਦਾਲ ਸਕੀਮ ਇਸ ਪਰਿਵਾਰ ਨੇ ਇਸ ਪਾਰਟੀ ਨੇ ਆਉਂਦੇ ਸਾਰੀ ਗੱਲ ਆਉਂਦੇ ਸਾਲ ਲਾਗੂ ਕੀਤੀ ਹੈ ਤੇ ਬਹੁਤ ਸਾਰੀਆਂ ਕਮੀਆਂ ਵੀ ਨੇ ਉਹਨਾਂ ਬਾਰੇ ਇਹ ਕੀ ਕਰ ਰਹੇ ਨੇ ਅੱਜ ਕੱਲ ਜਾਂ ਤੁਹਾਡੀ ਸਰਕਾਰ ਕੀ ਕਰ ਰਹੀ ਹੈ ਕਮੀ ਦਾ ਹੌਲੀ ਹੌਲੀ ਸਾਰੀਆਂ ਸਰਕਾਰਾਂ 'ਚ ਰਹਿ ਜਾਂਦੀਆਂ ਨੇ ਕੁਛ ਅਸੀਂ ਵੀ ਪ੍ਰਧਾਨ ਸਾਹਿਬ ਨੂੰ ਦੱਸਦੇ ਰਹੀਦਾ ਹੋਰ ਵੀ ਦੱਸਾਂਗੇ ਜੇ ਉਹ ਅਸੀਂ ਪਾਰਟੀ ਦੇ ਵਿੱਚ ਰਹਿੰਦੇ ਆ ਉਹਨਾਂ ਦੀਆਂ ਕਮਜ਼ੋਰੀਆਂ ਨਹੀਂ ਦੱਸਦੇ ਤੁਸੀਂ ਉਹਨਾਂ ਨੂੰ ਦੁਸ਼ਮਣ ਆ ਤੇ ਜਿਵੇਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੱਸ ਸਕਿਆ ਇਹਨਾਂ ਨੂੰ ਵੀ ਦੱਸਣੇ ਆ ਹੌਲੀ ਹੌਲੀ ਹੈ ਹੋ ਜਾਣਗੇ ਦੂਰ ਜੋ ਰਹਿ ਗਿਆ ਦੂਰ ਹੋਣਗੀਆਂ ਤੇ ਤੁਸੀਂ ਹੁਣ ਸਾਡੇ ਕੋਲ ਤਾਂ ਕਦੇ ਕਦੇ ਕੋਈ ਲੀਡਰ ਹੱਥ 'ਚ ਆਉਂਦਾ ਹੈ ਤੇ ਤੁਹਾਡੀ ਸਿੱਧੀ ਗੱਲਬਾਤ ਪ੍ਰਕਾਸ਼ ਸਿੰਘ ਬਾਦਲ ਨਾਲ ਜਾਂ ਉਹਨਾਂ ਦੇ ਐਡਵਾਈਜ਼ਰ ਨਾਲ ਜਾਂ ਫਿਰ ਸੁਖਵੀਰ ਬਾਦਲ ਨਾਲ ਹੈਗੀ ਹੈ ਜੇ NRI ਦੀਆਂ ਜਿਹੜੀਆਂ ਪ੍ਰੋਬਲਮਾਂ NRI ਵਿੰਗ ਦੇ ਵੀ ਤੁਸੀਂ ਮੇਰਾ ਖਿਆਲ ਹੈ ਕਿ ਵਾਈਸ ਪ੍ਰੈਜ਼ੀਡੈਂਟ ਮੈਂ ਇਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਹੋ ਤੇ ਹਾਂ ਤੇ ਤੁਸੀਂ 16-17 ਕੰਟਰੀਆਂ ਦਾ ਹੁਣ ਟੂਰ ਲਾ ਕੇ ਆਏ ਹੋ ਐਂਡ 'ਚ ਇੰਗਲੈਂਡ ਤੋਂ ਤੁਸੀਂ ਵਾਪਸ ਇੰਡੀਆ ਚਲੇ ਜਾਣਾ ਤੁਸੀਂ ਪ੍ਰੋਬਲਮਾਂ ਸੁਣੀਆਂ ਹੋਣੀਆਂ ਤੇ ਕੀ ਤੁਸੀਂ ਕਹਿ ਕੇ ਆਏ ਹੋ ਸਾਰਿਆਂ ਨੂੰ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਤੁਸੀਂ ਸਾਨੂੰ ਕੰਟੈਕਟ ਕਰ ਲਓ ਬਿਲਕੁਲ ਕਹਿ ਕੇ ਆਏ ਆ ਪਹਿਲਾਂ ਵੀ NRI ਭਰਾਵਾਂ ਦੀਆਂ ਜੋ ਕੁਝ ਮੁਸ਼ਕਲਾਂ ਤਕਲੀਫਾਂ ਹੋਈਆਂ ਨੇ ਕਾਫੀ ਦੀਆਂ ਜਿੰਨੀ ਕੁ ਮਾਲਕ ਸ਼ਕਤੀ ਦਿੱਤੀ ਉਸ ਤੋਂ 10 ਗੁਣਾ ਕੋਸ਼ਿਸ਼ ਕੀਤੀ ਵੱਧ ਕਰਨ ਦੀ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਉਂਕਿ ਜਿਹੜੀ ਸੱਤਾ ਤੇ ਤੁਸੀਂ ਬੈਠੇ ਹੋ ਪਾਵਰ ਤੇ ਬੈਠੇ ਹੋ ਪਾਰਟੀ 'ਚ ਬੈਠੇ ਹੋ ਇਹ ਤੁਹਾਡੀ ਆਪ ਦੀ ਨਹੀਂ ਇਹ ਲੋਕਾਂ ਦੀ ਇਹ ਲੋਕਾਂ ਦੀ ਤੇ ਲੋਕਾਂ ਨੇ ਜਿੰਨਾ ਚਿਰ ਸਰੀਰਦਾਨ ਹੋਏਗਾ ਮੇਰਾ ਮੋਬਾਈਲ ਕਦੀ ਬੰਦ ਨਹੀਂ ਹੁੰਦੇ 24 ਘੰਟੇ ਲੋਕਾਂ ਦੀ ਸੇਵਾ 'ਚ ਹਾਜ਼ਰ। ਦੂਜੀ ਗੱਲ ਹੁਣ ਤੁਸੀਂ ਚਰਚਾ ਦੇ ਵਿੱਚੋਂ ਨਸ਼ਾ ਛਡਾਊ ਕੇਂਦਰ ਜਿਹੜਾ ਖੋਲਿਆ ਇਹਦਾ ਕੀ ਕਾਰਨ ਹੋਇਆ ਕਿ ਨਸ਼ਾ ਛਡਾਊ ਕੇਂਦਰ ਤੁਸੀਂ ਪਾਰਟੀ 'ਚ ਰਹਿ ਕੇ ਵੀ ਕੋਈ ਨਾ ਕੋਈ ਚੀਜ਼ ਤੁਸੀਂ ਛੇੜੀ ਰੱਖਦੇ ਹੋ ਤੇ ਇਹਦਾ ਕੀ ਕਾਰਨ ਹੈ ਨਸ਼ਾ ਛਡਾਊ ਕੇਂਦਰ ਖੋਲਣ ਦਾ ਮੇਰਾ ਖੁਦ ਇੱਕ ਬੇਟਾ ਸੀ ਉਹ ਬੇਟਾ ਵੀ ਇਸ ਨਸ਼ੇ ਦੇ ਵਿੱਚ ਕੁਝ ਸਿਆਸੀ ਬੰਦਿਆਂ ਨੇ ਛੋਟੀ ਉਮਰ ਦੇ ਵਿੱਚ ਬਹੁਤ ਇੰਟੈਲੀਜੈਂਸ ਸੀ ਉਹਨੂੰ ਗਲਤ ਪਾਸੇ ਪਾਤਾ ਖੁਦ ਉਹ ਕਾਫੀ ਸਮਾਂ ਇਹਨਾਂ ਦੇ ਵਿੱਚ ਗਲੀਚ ਰਿਹਾ ਸਾਨੂੰ ਆਸ ਹੋ ਗਈ ਕਿ ਉਹ ਠੀਕ ਨਹੀਂ ਹੁੰਦਾ ਉਹ ਠੀਕ ਹੋਣ ਦੇ ਨਾਤੇ ਮੈਨੂੰ ਕਹਿੰਦਾ ਡੈਡੀ ਜਦੋਂ ਕਿ ਮੈਂ ਵੀ ਹੁਣ ਬਿਲਕੁਲ ਪਰਫੈਕਟ ਹੈ ਹੁਣ ਪਰਫੈਕਟ ਹੈ ਪੂਰਾ ਜੋ ਨਸ਼ਾ ਛਡਾਊ ਸੈਂਟਰ ਉਹ ਤੇ ਮੁੰਡਾ ਇੱਕ ਹੋਰ ਚਲਾ ਰਹੇ ਨੇ ਸਾਡੇ ਕੋਲ ਤਕਰੀਬਨ 60 ਬੱਚੇ ਹੁਣ ਨੇ ਉੱਥੇ ਉਹਨਾਂ ਦੇ ਰਹਿਣ ਬਹਿਣ ਦਾ ਬਹੁਤ ਸੋਹਣਾ ਪ੍ਰੋਗਰਾਮ ਰੱਖਿਆ ਕਾਰਨ ਇਹ ਆ ਵੀ ਮੈਂ ਹੁਣ ਵੀ ਬੇਨਤੀ ਕਰਾਂਗਾ ਪੰਜਾਬ ਸਾਰੇ ਵਰਲਡ ਦੇ ਵਿੱਚੋਂ ਇੱਕ ਸਕੂਲ ਜਿਵੇਂ 125 ਬੱਚੇ ਸਾਡੇ ਕੋਲ ਗੂੰਗੇ ਬੜੇ 10 ਸਾਡੇ ਕੋਲ ਵੈਸੇ ਨੇ ਜਿਹਨਾਂ ਦਾ ਕੋਈ ਸਾਰ ਨਹੀਂ ਉੱਥੇ ਰਹਿ ਰਹੇ ਨਸ਼ੇ ਆ ਸਾਨੂੰ ਪੰਜਾਬ ਜਾਂ ਵਰਲਡ ਸਾਨੂੰ ਕਿਤੇ ਵੀ ਦੱਸੋ ਸਾਡਾ ਬੰਦਾ ਜਾਵੇਗਾ ਅਗਰ ਕੋਈ ਸੇਵਾ ਪੇਟਾ ਦੇ ਸਕਦਾ ਠੀਕ ਹੈ ਨਹੀਂ ਤਾਂ ਸੰਗਤ ਦੇ ਸਹਿਯੋਗ ਨਾਲ ਚੱਲੇਗਾ ਚੱਲ ਰਿਹਾ ਅਸੀਂ ਸਾਡੀਆਂ ਗੱਡੀਆਂ ਆਪੇ ਜਾਣਗੀਆਂ ਉਹ ਲੈ ਕੇ ਆਉਣਗੀਆਂ ਹੁਣ ਦੇਖੋ ਇੱਥੋਂ ਮੈਂ ਨਾਂ ਨਹੀਂ ਉਹਨਾਂ ਨੂੰ ਜ਼ਿਕਰ ਦੱਸਣਾ ਚਾਹੁੰਦਾ ਇੰਗਲੈਂਡ 'ਚ ਇੱਕ ਬੱਚਾ ਸਾਡੇ ਕੋਲ ਪਿੱਛੇ ਗਿਆ ਥੋੜੇ ਦਿਨਾਂ ਦੇ ਵਿੱਚ ਉਹ ਕਾਫੀ ਇੰਪਰੂਵ ਕੀਤਾ ਗੁਰੂ ਦੀ ਕਿਰਪਾ ਨਾਲ ਮਾਲਕ ਦੀ ਕਿਰਪਾ ਨਾਲ ਉਹ ਬਿਲਕੁਲ ਆਪਣਾ ਜੀਵਨ ਸਹੀ ਜੀਏਗਾ ਜਿੰਨੇ ਵੀ ਬੱਚੇ ਸਾਡੇ ਕੋਲ ਠੀਕ ਹੋ ਗਏ ਨੇ ਉਹਨਾਂ 'ਚ ਇੱਕ ਬੱਚੇ ਨੇ ਗਲਤੀ ਕੀਤੀ ਸੀ ਉਹ ਵੀ ਦੁਬਾਰਾ ਸਾਡੇ ਕੋਲ ਵਾਪਸ ਆ ਗਿਆ ਅਜੇ ਤੱਕ ਸਾਡਾ ਰਿਕਾਰਡ ਠੀਕ ਹੈ ਇਹ ਜਿਹੜੀ ਸ਼ਰਧਾ ਤੁਹਾਡੇ ਮਨ 'ਚ ਉਦੋਂ ਆਈ ਜਾਂ ਉਦੋਂ ਆਈਡੀਆ ਆਇਆ ਜਦੋਂ ਤੁਹਾਡਾ ਆਪਣਾ ਬੱਚਾ ਨਸ਼ੇ ਦੇ ਵਿੱਚ ਪੈ ਗਿਆ ਸਾਡਾ ਆਪਣਾ ਬੱਚਾ ਪੈ ਗਿਆ ਸੀ ਅਸੀਂ ਹੱਥ ਖੜੇ ਕਰ ਦਿੱਤਾ ਵੀ ਇਹ ਠੀਕ ਨਹੀਂ ਹੋ ਸਕਦਾ ਫਿਰ ਅਸੀਂ ਤਾਂ ਮਾਲਕ ਦੀ ਰਜਾ ਜੋ ਦਾ ਹੁਕਮ ਹੈ ਪਰ ਜਿਹੜੇ ਲੋਕਾਂ ਦੀ ਗਰੀਬਾਂ ਦੀ ਲੋੜਵੰਦ ਦੀ ਸੇਵਾ ਮਾਲਕ ਨੇ ਸਾਡੇ ਤੋਂ ਕਰਾਈ ਤੇ ਉਹਨਾਂ ਦੀ ਦੁਆ ਨਾਲ ਠੀਕ ਹੋਇਆ ਸਾਨੂੰ ਹੁਣ ਇਹ ਵੀ ਜਿਹੜਾ ਬੱਚਾ ਸੀ ਇਹ ਤਾਂ ਮੈਂ ਦਾਅਵੇ ਨਾਲ ਕਹਿਣਾ ਮਾਂ ਪਿਓ ਦਾ ਜਿਹੜਾ ਬੱਚਾ ਨਸ਼ੇ ਦੇ ਵਿੱਚ ਹੱਥ ਖੜੇ ਕਰਕੇ ਨਹੀਂ ਠੀਕ ਹੁੰਦਾ ਉਹਨੂੰ ਸਾਨੂੰ ਦੇ ਦਿਓ ਸਾਡਾ ਬੇਟਾ ਬਣਾ ਲਓ ਕਿਆ ਬਾਤ ਹੈ ਬਹੁਤ ਵੱਡੀ ਸੋਚ ਨੂੰ ਚੁੱਕੇ ਸਲਾਮ ਤੇ ਆਪਾਂ ਹੁਣ ਸਾਡੇ ਕਾਲਰ ਨੇ ਕੁਛ ਨਾ ਕੁਛ ਪਤਾ ਨਹੀਂ ਕੀ ਗੱਲਬਾਤ ਕਰਨਗੇ ਤੁਹਾਡੇ ਨਾਲ ਵੀ ਤੇ ਮੇਰੇ ਨਾਲ ਵੀ ਆਪਾਂ ਹੁਣ ਉਹਨਾਂ ਦੀਆਂ ਕਾਲਸ ਲੈ ਲਈ ਜੇ ਤੁਹਾਡੀ ਇਜਾਜ਼ਤ ਲੈ ਲਓ ਜੀ ਪਹਿਲੀ ਕਾਲ ਵੱਲ ਵਧਦੇ ਦੇਖਦੇ ਕੌਣ ਹੈ ਹੈਲੋ ਸਤਿ ਸ਼੍ਰੀ ਅਕਾਲ ਮੈਂ ਬੱਕਰ ਸਿੰਘ ਨੰਦਰਾ ਬੋਲ ਰਿਹਾ ਅੰਕਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਠੀਕ ਠਾਕ ਹੋ ਠੀਕ ਆ ਮੈਂ ਗੁਰਵਿੰਦਰ ਸਿੰਘ ਜੀ ਨਾਲ ਗੱਲ ਕਰਦੀ ਕੋਈ ਹਲੋ ਵੀਰ ਜੀ ਸਤਿ ਸ਼੍ਰੀ ਅਕਾਲ ਗੁਰਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਹਾਂਜੀ ਹੋ ਹਾਂਜੀ ਤੇ ਮੈਂ ਸਿਰਫ ਇੱਕੋ ਹੀ ਬੇਨਤੀ ਕਰਨੀ ਦਾ ਸਵਾਲ ਸਮਝ ਲਓ ਜਾਂ ਸਮਝ ਲਓ ਉਹ ਇਹ ਆਂਦੀ ਜਦੋਂ ਵੀ ਆਪਣੇ ਹਰਮੰਦਰ ਸਾਹਿਬ ਜਾਈਦਾ ਨਾ ਕਿਉਂਕਿ ਮੈਂ ਥੋੜਾ ਜਿਹਾ ਲੋੜਵੰਦਾਂ ਦਾ ਬਹੁਤ ਹਾਮੀ ਕਰਦਾ ਹਾਂ ਉੱਥੇ ਜਦੋਂ ਮੈਂ ਆਪਣੇ ਬਜ਼ੁਰਗ ਜਿਹਨਾਂ ਦੇ ਗੋਡੇ ਨਹੀਂ ਚੱਲਦੇ ਤੁਰ ਨਹੀਂ ਹੁੰਦਾ ਤੇ ਉਹ ਕਿਤੇ ਰੈਸਟੋਰੈਂਟ ਤੇ ਨਾ ਕੋਈ ਸ਼ੈਲਟਰ ਲੱਭਦੇ ਆ ਇਹਦਾ ਕੋਈ ਖਾਸ ਕਾਰਨ ਹੈ ਕਿ ਉੱਥੇ ਹਰਮੰਦਰ ਸਾਹਿਬ ਦੀ ਪ੍ਰਤਿਮਾ ਵਾਸਤੇ ਤੇ ਕੋਈ ਛੋਟੀ ਮੋਟੀ ਬਹਿਣ ਵਾਸਤੇ ਉਹਨਾਂ ਵਾਸਤੇ ਸੀਟ ਬਣ ਜਾਵੇ ਹੋ ਗਿਆ ਜੀ ਹੋ ਗਿਆ ਹੋ ਜਾਏਗਾ ਕਿਉਂਕਿ ਮੈਂ ਦੇਖਦਾ ਨਾ ਕਿ ਅੰਕਲ ਜੀ ਮੈਂ ਇੱਕ ਗੱਲ ਪੁੱਛ ਲਵਾਂ ਮੈਂ ਕਿਹਾ ਵੀ ਲੀਡਰ ਕਈ ਵਾਰੀ ਵਾਅਦੇ ਕਰ ਜਾਂਦੇ ਆ ਤੇ ਬਲਵਿੰਦਰ ਸਿੰਘ ਜੀ ਇਹ ਗੱਲ ਅਸੀਂ ਪੱਕੀ ਸਮਝੀਏ ਇਹ ਸੰਗਤ ਦੇ ਸਹਿਯੋਗ ਨਾਲ ਗੁਰੂ ਦੀ ਕਿਰਪਾ ਨਾਲ ਕੋਈ ਐਸੀ ਗੱਲ ਹੋਈ ਨਹੀਂ ਹੋ ਗਿਆ ਤੇ ਤੁਸੀਂ ਇਹਨੂੰ ਪ੍ਰਾਇੋਰਟੀ ਵੇਚ ਤੇ ਮੈਂ ਤੁਹਾਨੂੰ ਲਿਖ ਕੇ ਵੀ ਦੇ ਦੇਣਾ ਹੋ ਗਿਆ ਅੰਕਲ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੇ ਅਗਲੀ ਕਾਲ ਵੱਲ ਵਧੀਆ ਕਾਲਰਾਂ ਨੂੰ ਮੈਂ ਰਿਕੁਐਸਟ ਕਰ ਦਵਾਂ ਕਿ ਬਿਲਕੁਲ
ਸ਼ਾਰਟ ਜਿਹੜੇ ਕੁਐਸਚਨ ਨੇ ਭਾਵੇਂ ਹਾਰਡ ਹੋਣ ਭਾਵੇਂ ਸੌਫਟ ਨੇ ਉਹ ਕਰ ਦਿਓ ਤੇ ਜਵਾਬ ਇਹਨਾਂ ਤੋਂ ਆਪਾਂ ਲਵਾਂਗੇ। ਅਗਲੀ ਕਾਲ ਵੱਲ ਵਧੀਆ ਜੀ, ਅੱਗੇ ਦੇਖਦੇ ਕੌਣ ਹੈ। ਹੈਲੋ ਸਤਿ ਸ਼੍ਰੀ ਅਕਾਲ ਜੀ। ਨਾਗਰਾ ਸਾਹਿਬ ਤੁਹਾਡਾ ਨਿੱਘਾ ਸਵਾਗਤ। ਭਾਜੀ ਨਾਲ ਗੱਲ ਕਰਨੀ ਹੈ। ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਨਾਗਰਾ ਸਾਹਿਬ। ਮੈਂ ਗੁਰਚਰਨ ਸਿੰਘ ਗਰੇਵਾਲ ਦਾ ਆਉਂਦਾ ਹੀ ਹੁੰਦਾ ਜੀ। ਹਾਂਜੀ ਠੀਕ ਹੈ ਜੀ ਗਰੇਵਾਲ ਸਾਹਿਬ। ਹਾਂਜੀ ਹਾਂਜੀ ਮੈਂ ਤੁਹਾਡਾ ਘਰ ਹੀ ਗੱਲ ਕਰਨੀ ਸੀਗੀ। ਹਾਂਜੀ ਤੁਸੀਂ ਸਾਰੇ ਦਾ ਨਾਮ ਲੱਤਾ ਹਨਾ ਹਾਂਜੀ ਦੇ ਵਿੱਚ। ਹਾਂਜੀ ਤੇ ਤੁਹਾਡੇ ਸਰਪੰਚੀ ਵੀ ਕੀਤੀ, ਤੁਹਾਨੂੰ ਪਤਾ ਤੁਹਾਡੇ ਬਹੁਤ ਜ਼ਿਆਦਾ ਜੀ ਸੀਗੇ ਗੁਰਚਰਨ ਸਿੰਘ ਗਰੇਵਾਲ। ਹਾਂਜੀ ਤੇ ਤੁਸੀਂ ਉਹਨਾਂ ਨੇ ਇੱਕ ਵਾਰ ਵੀ ਜ਼ਿਕਰ ਕੀਤਾ ਹਨਾ, ਤੁਹਾਡੇ ਕਿੰਨੇ ਨੇੜੇ ਸੀ, ਕਿੰਨਾ ਸਾਥ ਦਿੱਤਾ ਉਹਨਾਂ ਨੇ। ਇੱਕ ਮਿੰਟ ਵੀਰ ਜੀ, ਤੁਸੀਂ ਫੋਨ ਰੱਖੋ ਤੇ ਆਪਾਂ ਤੁਹਾਡੇ ਤੋਂ ਇਹ ਗੱਲ ਪੁੱਛਣੀ ਚਾਹੁੰਦੇ ਹਾਂ ਕਿ ਕਾਕੇ ਨੇ ਜਿਹੜੀ ਗੱਲ ਪੁੱਛੀ ਹੈ ਤੇ ਉਹ ਕਿੱਥੋਂ ਤੱਕ ਸਹੀ ਹੈ ਤੇ ਕੀ ਕਹਿਣਾ ਚਾਹੋਗੇ? ਜੋ ਗਰੇਵਾਲ ਚੰਨੀ ਜੀ ਦਾ ਸਰਪੰਚ ਦਾ ਨਾਂ ਲਿਆ, ਇਹ ਕਿਹੜੇ ਇਹ ਬਹਾਦਰਗੜ੍ਹ ਤੋਂ ਸਨ। ਬਹਾਦਰਗੜ੍ਹ ਉਹਨੂੰ ਤਾਂ ਮੈਂ ਵੀ ਜਾਣਦਾ। ਚੰਨੀ ਸਾਹਿਬ ਪੁਰਾਣੇ ਸਰਪੰਚ ਹੁੰਦੇ ਨੇ। ਇਹ ਕਾਰਨ ਇਹਨਾਂ ਨੇ ਜ਼ਰੂਰ ਕਿਹਾ, ਪਰ ਇੱਥੇ ਜੇ ਆਪਾਂ ਇੰਨੇ ਉਹ ਸੱਜਣੋਂ ਮੇਰੇ ਦਿਲ 'ਚ ਲਿਖੇ ਨੇ। ਉਹਨਾਂ ਨੇ ਜਿੱਥੇ ਮਰਜ਼ੀ ਥਾਂ ਜਿੰਨਾ ਕੋ ਮੈਂ ਉਹਨਾਂ ਨਾਲ ਵਰਤਿਆ, ਸ਼ਾਇਦ ਕੋਈ ਦੁਨੀਆ ਦਾ ਬੰਦਾ ਨਾ ਵਰਤਿਆ ਹੋਵੇਗਾ। ਤੁਸੀਂ ਇਹ ਕਾਰਨ ਹੋਇਆ ਕਿ ਤੁਸੀਂ ਭੁੱਲ ਗਏ? ਤੁਸੀਂ ਬਹੁਤ ਸਾਰੇ ਬੰਦਿਆਂ ਨੂੰ ਭੁੱਲ ਗਏ ਹੋਣੇ। ਨਹੀਂ ਇੰਨੇ ਨੂੰ ਆਪਾਂ ਇੱਥੇ ਟਾਈਮ ਥੋੜਾ ਇੰਨਾ ਕੋਈ ਜ਼ਿਕਰ ਨਹੀਂ ਕਰ ਸਕਦੇ। ਤੇ ਪਰ ਜਿਹੜੀ ਉਹਨਾਂ ਦੇ ਬੇਟੇ ਨੇ ਗੱਲ ਕਹੀ ਹੈ, ਉਹ ਇਟਲੀ ਤੋਂ ਬੋਲ ਰਹੇ ਸੀ ਤੇ ਮਤਲਬ ਕਿ ਤੁਸੀਂ ਕੀ ਕਹੋਗੇ ਕਿ ਤੁਸੀਂ ਉਹਨਾਂ ਦਾ ਨਾਂ ਨਹੀਂ ਲਿਆ, ਜਾਂ ਤਾਂ ਮੁੱਢਲੀ ਲਿਸਟ ਦੇ ਵਿੱਚ ਨਹੀਂ ਹੈਗੇ ਜਾਂ ਫਿਰ ਵੈਸੇ ਚਾਰ ਚੱਕ? ਨਹੀਂ ਉਹ ਲਿਸਟ 'ਚ ਨਾਂ 'ਚ ਨੇ। ਕਿਉਂ ਇਸ ਤਰ੍ਹਾਂ ਦੇ ਸੱਜਣ ਬਦੌਲਤ ਮੈਂ ਇੱਥੇ ਉੱਠਿਆ ਵਾਂ। ਇਹਨਾਂ ਦੇ ਨਾਲ ਮੇਰੇ ਭਰਾਵਾਂ ਤਰ੍ਹਾਂ ਸਾਡਾ ਉਹਨਾਂ ਦੇ ਨਾਲ ਕੋਈ 40-45 ਸਾਲ ਤੋਂ ਪਿਤਾ ਜੀ ਨਾਲ ਸੰਬੰਧ ਸੀ, ਅੱਗੋਂ ਸਾਡਾ ਸੀ, ਪਰ ਸਾਰਿਆਂ ਦਾ ਜ਼ਿਕਰ ਨਹੀਂ ਹੋ ਸਕਦਾ। ਠੀਕ ਹੈ ਤੇ ਅਗਲੀ ਕਾਲ ਬਹੁਤ ਵਧੀਆ ਜੀ, ਅੱਗੇ ਦੇਖਦੇ ਹਾਂ ਕੌਣ ਨੇ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਮੇਜਰ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ, ਕੌਣ ਬੋਲ ਰਹੇ ਹੋ ਜੀ? ਮੈਂ ਗੁਰਦੀਪ ਸਿੰਘ ਮਠੱਡਾ ਬੋਲਦਾ, ਹਡਸਫੀਲਡ ਜਾਰਕਸ਼ਾਇਰ ਤੋਂ। ਮਠੱਡਾ ਸਾਹਿਬ ਤੁਹਾਡਾ ਨਿੱਘਾ ਸਵਾਗਤ। ਬਲਵਿੰਦਰ ਸਾਹਿਬ ਨਾਲ ਗੱਲ ਕਰਨੀ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਲਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਤੁਹਾਨੂੰ ਜੀ ਆਇਆ ਕਹਿੰਦੇ ਆ। ਧੰਨਵਾਦ ਵੀਰ ਜੀ। ਪਹਿਲਾਂ ਦੋ ਛੋਟੇ ਗੱਲਾਂ ਆ। ਪਹਿਲਾਂ ਇਹ ਆ ਕਿ ਸੀਨੀਅਰ ਬਾਦਲ ਸਾਹਿਬ ਤਾਂ ਕਹਿੰਦੇ ਆ ਕਿ ਰਾਜ ਨਹੀਂ ਸੇਵਾ ਹੈ। ਹਾਂਜੀ ਤੇ ਜੂਨੀਅਰ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਹੁਣ ਕਹਿੰਦੇ ਆ ਕਿ ਅਸੀਂ 25 ਸਾਲ ਰਾਜ ਕਰਾਂਗੇ। ਠੀਕ ਹੈ ਜੀ। ਉਹਨਾਂ ਚੋਂ ਤੇਰੇ ਨਾਲ ਕੋਈ ਸਹਿਮਤ ਆ? ਤੁਹਾਡੇ ਉਹਨਾਂ ਦੇ ਬਾਰੇ ਕੀ ਵਿਚਾਰ ਆ? ਕਿਆ ਮਠੱਡਾ ਸਾਹਿਬ ਤੁਹਾਡਾ? ਹਾਂਜੀ ਹਾਂਜੀ ਥੈਂਕ ਯੂ ਮਠੱਡਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਫੋਨ ਰੱਖੋ ਤੇ ਆਪਾਂ ਜਵਾਬ ਲੈਂਦੇ ਹਾਂ। ਹਾਂਜੀ ਕੀ ਕਹਿਣਾ ਚਾਹੋਗੇ? ਇਹਨਾਂ ਨੇ ਜੋ ਮੇਰੇ ਨਾਲ ਬਾਦਲ ਸਾਹਿਬ ਬਾਰੇ ਤੇ ਸੁਖਬੀਰ ਜੀ ਬਾਰੇ ਕੀਤਾ ਸਵਾਲ, ਕਿਉਂਕਿ ਜਿੰਨੀ ਕੁ ਸਮਰਥ ਬੁੱਧ ਮੇਰੇ ਕੋਲੇ ਉਹਦਾ ਮੈਂ ਦੇ ਸਕਣਾ। ਜਿਹੜੀ ਇਹ ਗੱਲ ਕੁਐਸਚਨ ਹੈ ਇਹ ਉਹਨਾਂ ਦੋਵਾਂ ਤੋਂ ਪੁੱਛ ਸਕਦੇ ਨੇ, ਉਹ ਇਹਨਾਂ ਨੂੰ ਆਪੇ ਦੱਸ ਦੇਣਗੇ। ਤੇ ਤੁਸੀਂ ਇੱਕ ਮੇਰਾ ਸੁਨੇਹਾ ਦੇ ਦਿਓ ਜੀ। ਹਾਂਜੀ ਤਾਂ ਮਿਲਣਾ ਹੁਣ ਤੁਸੀਂ? ਮਿਲਾਂਗੇ ਜ਼ਰੂਰ ਦਿਆਂਗੇ। ਦੋਵੇਂ ਬਾਦਲਾਂ ਨੂੰ ਮਿਲਣਾ? ਦੋਵਾਂ ਨੂੰ। ਭਾਵੇਂ ਵੱਡੇ ਨੂੰ ਕਹਿ ਦਿਓ ਭਾਵੇਂ ਛੋਟੇ ਨੂੰ ਕਹਿ ਦਿਓ, ਪਰ ਮੈਂ ਵਾਰਤਾਲਾਪ ਸੁਖਬੀਰ ਸਿੰਘ ਬਾਦਲ ਨਾਲ ਕਰਕੇ ਜ਼ਿਆਦਾ ਖੁਸ਼ ਹੋਊਂਗਾ। ਜਿਹੜੀ ਸੀਟ ਤੇ ਤੁਸੀਂ ਬੈਠੇ ਹੋ, ਜੇ ਉਸ ਸੀਟ ਦੇ ਉੱਤੇ ਉਹਨਾਂ ਨੂੰ ਬਿਠਾ ਦੋ ਨਾ ਕਿਤੇ ਇੰਗਲੈਂਡ ਆਇਆ ਨੂੰ, ਤਾਂ ਮੇਰਾ ਖਿਆਲ ਹੈ ਮੈਂ ਵੀ ਖੁਸ਼ ਹੋਊਂਗਾ, ਪਬਲਿਕ ਵੀ ਸਾਰੀ ਖੁਸ਼ ਹੋਊਗੀ, ਕਿਉਂਕਿ ਕਾਫੀ ਕੁਝ ਸਵਾਲ ਨੇ ਜਿਹੜੇ। ਤੁਹਾਡਾ ਮੈਸੇਜ ਜ਼ਰੂਰ ਪਹੁੰਚਾਵਾਂਗਾ ਅੱਗੇ ਉਹਨਾਂ ਨੂੰ, ਜਿਵੇਂ ਠੀਕ ਲੱਗੇ ਮੈਂ ਤੁਹਾਡਾ ਮੈਸੇਜ ਜ਼ਰੂਰ ਦੇ ਦਿਆਂਗਾ ਪ੍ਰਧਾਨ ਸਾਹਿਬ ਨੂੰ। ਹਾਂਜੀ ਉਹਨਾਂ ਨੂੰ ਕਹਿ ਦਿਓ ਕਿ ਯੂਰਪ ਤੁਹਾਨੂੰ ਬਹੁਤ ਡੀਕਦਾ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਰਾਜ ਸੱਤਾ ਚ ਆ ਕੇ, ਹੈਨਾ, ਕਿ ਕੀ ਕੁਝ ਕੀਤਾ ਕੀ ਕੁਝ ਨਹੀਂ ਕੀਤਾ। ਤੁਸੀਂ ਅਕਾਲੀ ਦਲ ਦੀ ਕਾਰਜਕਾਰੀ ਤੋਂ ਭਾਜੀ ਪੂਰੇ ਸੰਤੁਸ਼ਟ ਹੋ, ਖੁਸ਼ ਹੋ? ਦੇਖੋ ਖੁਸ਼ ਹੋਣਾ ਪਾਰਟੀ ਦੇ ਵਿੱਚ ਹੋਣਾ ਪੈਂਦਾ ਹੈ। ਅੱਛਾ ਮੈਂ ਸਮਝ ਗਿਆ, ਤੁਹਾਡਾ ਆਨਸਰ ਵੀ ਸਮਝ ਗਿਆ। ਤੇ ਇਹਦਾ ਮਤਲਬ ਜਿਹੜੇ ਪਾਰਟੀ ਦੇ ਮੋਹਰੀ ਨੇ ਕੀ ਉਹ ਸਾਰੀ ਪਾਰਟੀ ਦੀ ਗੱਲ ਹੈ ਕਿ ਤੁਰਦੇ ਕਿ ਕਈ ਵਾਰੀ ਨਹੀਂ ਸਾਰੇ ਦੇ ਗੱਲ ਹੈ ਕਿ ਤੁਰਦੇ। ਤੇ ਅਗਲੀ ਕਾਲ ਵੱਲ ਵਧੀਆ ਦੇਖਦੇ ਹਾਂ ਜੀ। ਅਗਲਾ ਸਵਾਲ ਕੀ ਹੈ? ਇਹਨਾਂ ਨੇ ਜੀ ਮਠੱਡਾ ਸਾਹਿਬ ਤੁਸੀਂ ਸੁਣ ਲਿਆ ਹੋਣਾ, ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਸਵਾਲ ਨੇ ਉਹ ਉਹੀ ਦੇ ਸਕਦੇ ਆ, ਮੈਂ ਮੇਰੇ ਦੇ ਸਕਦਾ ਹਾਂ, ਤੇ ਬਾਕੀ ਤੁਸੀਂ ਆਪ ਸਮਝਦਾਰ ਹੋ। ਅਗਲੀ ਕਾਲ ਵੱਲ ਵਧੀਆ ਜੀ, ਅੱਗੇ ਦੇਖਦੇ ਕੌਣ ਹੈ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੌਣ ਬੋਲ ਰਹੇ ਹੋ ਜੀ? ਮੇਰੇ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬੜੇ ਚਿਰ ਤੋਂ ਵੇਖਦੇ, ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦਾ ਵਾ। ਥੈਂਕ ਯੂ ਸਰ। ਤੁਹਾਡੇ ਥਰੂ ਸਰ ਮੈਂ ਦੋ ਕੁਐਸਚਨ ਪੁੱਛਣਾ ਚਾਹੁੰਦਾ ਵਾਂ। ਭਾਜੀ ਪਹਿਲਾਂ ਤਾਂ ਇਹ ਦੱਸੋ ਤੁਸੀਂ ਕੌਣ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਂ ਸੁਖਵਿੰਦਰ ਬੋਲ ਰਿਹਾ ਜੀ, ਮੈਂ ਆਪਣਾ ਇੱਥੋਂ ਸਾਊਥ ਦੇ ਲਾਗੋਂ ਬੋਲ ਰਿਹਾ ਹਾਂ। ਵੈਰੀ ਗੁੱਡ, ਪੁੱਛੋ ਸਵਾਲ। ਹਾਂਜੀ ਪਹਿਲਾ ਕੁਐਸਚਨ ਹੈ ਕਿ ਸੀਗਾ ਪੋਲੀਟੀਸ਼ੀਅਨ ਹੈਗੇ ਨੇ ਪੰਜਾਬ 'ਚ ਆਪਣਾ ਕੰਮ ਕਰ ਰਹੇ, ਭਾਵੇਂ ਉਹ ਵੱਡੇ ਬਾਦਲ ਨੇ ਭਾਵੇਂ ਛੋਟੇ ਬਾਦਲ ਨੇ। ਅਸੀਂ ਇੰਗਲੈਂਡ 'ਚ ਜਾ ਕੇ ਪੰਜਾਬ ਦੀ ਪਰਫਾਰਮੈਂਸ ਦੇਖਣਾ ਚਾਹੁੰਦਾ ਜਿਹੜੀ ਟੋਟਲੀ ਨਿਲ ਹੈਗੀ ਆ। ਤੇ ਪਹਿਲੀ ਗੱਲ ਹੈ ਕਿ ਪਹਿਲਾਂ ਜਿਹੜੇ ਮੰਤਰੀ ਇਸ ਆਉਂਦੇ ਨੇ ਪਹਿਲਾਂ ਕਹਿੰਦੇ ਨੇ ਵੀ ਆਪਾਂ ਇਹ ਠੇਕੇ ਚਲਾਉਂਦੇ ਰਹੇ ਨੇ, ਹੁਣ ਕਹਿੰਦੇ ਕਿ ਨਸ਼ਿਆਂ ਦੇ ਕੈਂਪ ਜਿਹੜੇ ਹੈਗੇ ਉਹ ਚਲਾਏ ਨੇ। ਪਹਿਲਾਂ ਪਿਆਰ ਦੇ ਲੋਕਾਂ ਨੂੰ, ਹੁਣ ਕਹਿੰਦੇ ਵੀ ਨਹੀਂ ਅਸੀਂ ਆਪਾਂ ਲੋਕਾਂ ਨੂੰ ਛਡਾਉਣਾ ਚਾਹੁੰਦੇ ਹਾਂ। ਪਹਿਲੀ ਗੱਲ ਤੇ ਹੈ, ਠੀਕ ਹੈ ਜੀ।
ਬਿਲਕੁਲ ਠੀਕ ਹੈ ਠੀਕ ਹੈ ਤੁਸੀਂ ਕਹਿ ਰਹੇ ਅੱਛਾ ਠੀਕ ਹੈ ਜੀ ਤੁਸੀਂ ਬੰਦ ਕਰੋ ਤੇ ਆਪਾਂ ਇਹਨਾਂ ਤੋਂ ਜਵਾਬ ਲੈਂਦੇ ਹਾਂ ਤੁਹਾਨੂੰ ਮਨ ਜਵਾਬ ਦੇ ਸਕਦੇ ਹੋ ਹਾਂ ਫਿਰ ਤੋਂ ਦੇ ਅੱਛਾ ਜੀ ਨਸ਼ੇ ਅਸੀਂ ਨਹੀਂ ਸ਼ਰਾਬ ਦੇ ਠੇਕੇ ਚਲਾਏ ਸ਼ਾਇਦ ਹੋਰ ਕਿਸੇ ਨੇ ਚਲਾ ਲੇਗਾ ਵਪਾਰ ਉੱਥੇ ਚੱਲਦਾ ਹੈ ਠੀਕ ਦੁਕਾਨ ਤੇ ਮਤਲਬ ਕੋਈ ਨਾ ਕੋਈ ਦੁਕਾਨ ਤੇ ਕੋਈ ਨਾ ਕੋਈ ਆਉਂਦਾ ਹੈ ਹਾਂਜੀ ਪਰ ਉਹਨਾਂ ਦਾ ਇਹ ਗੱਲ ਮੈਨੂੰ ਪਹਿਲਾਂ ਕਿਸੇ ਨੇ ਸਵਾਲ ਕੀਤਾ ਸੀ ਅਗਰ ਉਹਨਾਂ ਦਾ ਪੈਸਾ ਇੱਕ ਨੂੰ ਜਾ ਕੇ ਸਵਾਲ ਮੈਨੂੰ ਕਰਨ ਦੀ ਬਜਾਏ ਇਹ ਪੌਂਟੀ ਚੱਡੇ ਨੂੰ ਕਰਦੇ ਜਾਂ ਜਿਹੜੇ ਦੂਜੇ ਸਰਮਾਏਦਾਰ ਨੇ ਇਹ ਪੈਸਾ ਲੈ ਕੇ ਸਾਰਾ ਹੋਰ ਪਾਸੇ ਲਾ ਕੇ ਲਾਤਾ ਅਗਰ ਮੈਂ ਚੱਲਿਆ ਵਾਂ ਇਸ ਲਾਈਨ 'ਚ ਲਾਇਆ ਉਹ ਪੈਸਾ ਦੱਸੋ ਮੇਰਾ ਕਿੱਥੇ ਲੱਗਾ ਅਗਰ ਪਿਓ ਦੀ ਜਾਇਦਾਦ ਜੋ ਫਾਦਰ ਦੀ ਜਾਇਦਾਦ ਉਸ ਤੋਂ ਬਾਅਦ ਮੈਂ ਪ੍ਰਾਪਰਟੀ ਦਾ ਵੀ ਕੰਮ ਕੀਤਾ ਹੈ ਇਹ ਵੀ ਕੀਤਾ ਹੈ ਇਹ ਸਾਰਾ ਪੈਸਾ ਮੈਂ ਸਮਾਜ ਦਾ ਪੈਸਾ ਸੀ ਸਮਾਜ ਤੇ ਲਾਤਾ ਅੱਛਾ ਤੇ ਬਾਕੀ ਜਿਹੜੇ ਦੂਜੇ ਆ ਬਹੁਤ ਜ਼ਿਆਦਾ ਅਰਬਾਂਪਤੀ ਬਣ ਗਏ ਆ ਜਿਹੜੇ ਇੱਥੇ ਸੇ ਇਹਨਾਂ ਨੇ ਕੋਈ ਪਰਚਾ ਵਿੱਚੋਂ ਵਪਾਰ ਦੇ ਵਿੱਚੋਂ ਲੈ ਕੇ ਉਹ ਉਦੋਂ ਉਹਨਾਂ ਨੂੰ ਪੁੱਛੋ ਉਹਨਾਂ ਦਾ ਪੈਸਾ ਕਿੱਥੇ ਕਿੰਨੇ ਅਰਬਾਂ ਖਰਬਾਂ ਦਾ ਪੈਸਾ ਕਿੱਥੇ ਪਿਆ ਮਤਲਬ ਤੁਸੀਂ ਜਿਹੜਾ ਸ਼ਰਾਬ ਦੇ ਠੇਕਿਆਂ 'ਚੋਂ ਪੈਸਾ ਕਮਾਇਆ ਉਹ ਲੋਕ ਸੇਵਾ ਤੇ ਲੱਗਾ ਉਹਨਾਂ ਦੇ ਪੈਸਾ ਹੁਣ ਸ਼ਰਾਬ ਦੇ ਠੇਕੇ ਨਹੀਂ ਲੈਂਦੇ ਹੁਣ ਠੇਕੇ ਨਹੀਂ ਹੈਗੇ ਅੱਛਾ ਹੁਣ ਜਦੋਂ ਦੇ ਮਤਲਬ ਇਸ ਰੂਪ 'ਚ ਆਏ ਉਹ ਫਿਰ ਨਹੀਂ ਲੈਂਦੇ ਨਹੀਂ ਉਹ ਠੇਕੇ ਨਹੀਂ ਹੈਗੇ ਅਗਰ ਜਿਹੜੇ ਬੰਦੇ ਦੂਜੇ ਹੋਰ ਨਾਲ ਸਾਡੇ ਹੈਗੇ ਸਨ ਉਹ ਕੋਈ ਕਰੇ ਵੱਖਰੀ ਗੱਲ ਸਾਡੇ ਨਾਲ ਉਹਨਾਂ ਦਾ ਕੋਈ ਤਲਕਾ ਓਕੇ ਠੀਕ ਹੈ ਜੀ ਤੁਸੀਂ ਸਮਝੀ